ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਵੀ ਜ਼ਿੰਦਾਬਾਦ ਆ। ਜੋਸ਼ ਆ ਜਿਹੜਾ ਉਹ ਸਿਖਰ ਦੇ ਉੱਤੇ ਆ। ਬਿਲਕੁਲ। ਤੇ ਜਿਵੇਂ ਜਿਵੇਂ ਰਿਪੋਰਟਾਂ ਦਿਖਦੀਆਂ ਤੇ ਜਿਵੇਂ ਜਿਵੇਂ ਖਬਰਾਂ ਆ ਰਹੀਆਂ ਉਵੇਂ ਉਵੇਂ ਜੋਸ਼ ਉਬਾਲੇ ਮਾਰ ਰਿਹਾ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਪੰਜਾਬੀ ਬੈਠਾ ਨਾ, ਇਸ ਵਕਤ ਉਹਦੀ ਟਿਕਟਕੀ ਲੱਗੀ ਹੋਈ ਆ ਇਸ ਗੱਲ ਦੇ ਉੱਤੇ ਕਿ ਸਾਡੇ ਪੰਜਾਬੀ ਭੈਣਾਂ ਵੀਰ ਕੀ ਕਰ ਰਹੇ ਆ, ਇਸ ਵਕਤ ਕਾਫਲੇ ਕਿੱਥੋਂ ਕਿੱਥੇ ਪਹੁੰਚ ਗਏ ਆ, ਦਿੱਲੀ ਵਾਲਿਆਂ ਦਾ ਕੀ ਹਾਲ ਬਣ ਰਿਹਾ, ਤੇ ਹਰਿਆਣੇ ਦੇ ਕਿਸਾਨ ਤੇ ਪੰਜਾਬ ਦੇ ਕਿਸਾਨ ਮਿਲ ਕੇ ਕਿਹੜਾ ਜਲਵਾ ਪੇਸ਼ ਕਰ ਰਹੇ ਆ। ਬਿਲਕੁਲ ਸਹੀ ਗੱਲ ਹੈ। ਇਹਨੂੰ ਹੀ ਕਹਿੰਦੇ ਨੇ ਮਿੱਟੀ ਦੀ ਸਾਂਝ, ਇਹਨੂੰ ਹੀ ਕਹਿੰਦੇ ਖੂਨ ਦਾ ਰਿਸ਼ਤਾ। ਮੇਰੇ ਨਾ ਸਵੇਰ ਦੇ ਵੇਲੇ 3-4 ਦੋਸਤਾਂ ਦਾ ਹਰਮਨ ਜੀ ਫੋਨ ਆਇਆ ਜੀ। ਉਹ ਕਹਿੰਦੇ ਯਾਰ ਇੱਥੇ ਬੈਠਿਆਂ ਨੂੰ ਲੂਣੀਆਂ ਉੱਠਦੀਆਂ, ਕਾਲੀਆਂ ਪੈਂਦੀਆਂ ਵੀ ਯਾਰ ਕਿਤੇ ਹੋਈਏ ਨਾ, ਇੱਥੇ 2-4 ਬੈਰੀਕੇਡ ਚੱਕ ਕੇ ਭੜਕਾ ਕੇ ਪਰੇ ਨੂੰ ਮਾਰ ਗਏ। ਤੇ ਕਹਿੰਦੇ ਬਸ ਨਹੀਂ ਚੱਲਦਾ ਸਾਡਾ, ਨਹੀਂ ਤਾਂ ਸਾਡੀ ਸੁਤਾ ਇਸ ਵਕਤ ਪੰਜਾਬ ਦੇ ਵਿੱਚ ਹੀ ਆ। ਬਿਲਕੁਲ ਸਹੀ ਗੱਲ ਹੈ। ਇਹ ਜੜਾਂ ਖਿੱਚਦੀਆਂ ਨੇ ਆਪਣੇ ਵੱਲ ਨੂੰ, ਆਪਣੀ ਮਿੱਟੀ ਜਿਹੜੀ ਆ ਉਹ ਜ਼ਰੂਰ ਬੁਲਾਉਂਦੀ ਹੈ, ਆਵਾਜ਼ਾਂ ਮਾਰਦੀ ਹੈ। ਔਰ ਇਹ ਹਾਲਤ ਇਸ ਵੇਲੇ ਦੁਨੀਆ ਭਰ ਚ ਬੈਠੇ ਹਰੇਕ ਪੰਜਾਬੀ ਦੀ ਹੈ। ਤੇ ਬਾਕੀ ਮੈਂ ਚਾਹੁੰਦੀ ਟੈਣਾ ਸਾਹਿਬ ਪਹਿਲਾਂ ਆਪਾਂ ਮੌਸਮ ਦੀ ਹਾਲ ਬਿਆਨੀ ਕਰ ਦਈਏ। ਮੌਸਮ ਪੰਜਾਬ ਦਾ ਠੰਡਾ ਜੀ, ਪਰ ਰਾਜਨੀਤੀ ਬਹੁਤ ਤੱਤੀ ਹੈ ਪੰਜਾਬ ਦੀ। ਇਸ ਵਕਤ ਪੰਜਾਬ ਦੇ ਵਿੱਚ ਕੋਰਾ ਲਗਾਤਾਰ ਪੈ ਰਿਹਾ ਆ। ਪਿਛਲੇ 2 ਦਿਨਾਂ ਤੋਂ ਪੰਜਾਬ ਦਾ ਮੌਸਮ ਆ ਜਿਹੜਾ ਪੱਧਰਾ ਜਿਹਾ ਹੋਇਆ, ਧੁੱਪ ਦਿਨ ਦੇ ਵੇਲੇ ਨਿਕਲ ਰਹੀ ਹੈ, ਪਰ ਇਸ ਤੋਂ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਕਣੀਆਂ ਪੈ ਕੇ ਹਟੀਆਂ। ਭਾਵੇਂ ਰਾਤ ਨੂੰ ਠੰਡ ਵਧੀ ਜਾਂਦੀ ਆ, ਭਾਵੇਂ ਕੋਰਾ ਸਿਖਰ ਦੇ ਉੱਤੇ ਆ, ਭਾਵੇਂ ਧੁੰਦ ਪੈ ਰਹੀ ਆ, ਹੌਸਲੇ ਬੁਲੰਦ ਆ। ਜੋ ਵਿਚਾਰਾਂ ਦੀ ਗਰਮੀ ਆ ਉਹਦੇ ਨਾਲ ਕਈ ਕੁਝ ਪਿਘਲ ਰਿਹਾ ਇਸ ਵੇਲੇ। ਬਿਲਕੁਲ ਸਹੀ ਗੱਲ ਹੈ। ਤੇ ਚੱਜ ਦੇ ਵਿਚਾਰ ਦੀ ਸਾਂਝ ਪਾ ਲਈਏ ਆਪਾਂ। ਪਹਿਲਾਂ ਤੁਸੀਂ ਆਉਣ ਦਿਓ। ਦੇਖੋ, ਮੇਰਾ ਚੱਜ ਦਾ ਵਿਚਾਰ ਤਾਂ ਇਹੀ ਆ ਜਿਹੜਾ ਕਿ ਬਹੁਤ ਸਾਰੇ ਲੋਕਾਂ ਦੀ ਜ਼ੁਬਾਨੀ ਆ। ਇਹ ਚੱਜ ਦਾ ਵਿਚਾਰ ਨਹੀਂ, ਅਸਲ ਦੇ ਵਿੱਚ ਤਾਂ ਇਹ ਲੋਕਾਂ ਦੇ ਮਨ ਦੇ ਵਲਵਲੇ ਆ ਕਿ ਪੰਜਾਬ ਜਿਹੜਾ ਉਹ ਵਿਆਹਣ ਚੱਲਿਆ ਦਿੱਲੀ ਨੂੰ, ਤੇ ਰਾਹ ਦੇ ਵਿੱਚ ਮਨੋਹਰ ਲਾਲ ਹੋਰੀ ਸਾੜੀ ਦੇ ਰੂਪ ਦੇ ਵਿੱਚ ਰੀਬਨ ਕਟਾਈ ਦੇ ਲਈ ਖੜੇ ਆ, ਫੀਤਾ ਲੈ ਕੇ। ਤੇ ਕਿਸਾਨਾਂ ਨੇ ਕੱਟਤਾ ਫਿਰ ਰੀਬਨ ਉਹਨਾਂ ਦਾ, ਕਹਿੰਦੇ ਚੱਲ ਪਰੇ ਨੂੰ। ਜੀ ਬਿਲਕੁਲ ਸਹੀ ਹੈ। ਤੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਥੋੜਾ ਜਿਹਾ ਵੀ ਇਹ ਇਕੱਲੇ ਕਿਸੇ ਇੱਕ ਸੂਬੇ ਦਾ ਮਸਲਾ ਨਹੀਂ, ਕਿਸੇ ਇੱਕ ਧਿਰ ਦਾ ਮਸਲਾ ਨਹੀਂ, ਇਹ ਪੂਰੇ ਭਾਰਤ ਦਾ ਮਸਲਾ ਹੈ। ਇਸ ਵੇਲੇ ਜੇ ਆਪਾਂ ਕਿਸੇ ਦੇ ਨਾਲ ਨਹੀਂ ਖੜ ਸਕਦੇ ਤੇ ਕਿਸੇ ਦੇ ਅਗੇਂਸਟ, ਕਿਸੇ ਦੇ ਖਿਲਾਫ ਵੀ ਨਾ ਖੜੀਏ। ਮੈਂ ਨਾ ਇੱਕ ਗੱਲ ਸੋਚੀ ਜਾਂਦਾ ਵੀ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਉਮਰ ਦੇ ਕਿਸੇ ਵੀ ਪੜਾਅ ਦੇ ਉੱਤੇ ਬੰਦਾ ਸਿਰ 'ਚ ਸਵਾਹ ਪਵਾ ਸਕਦਾ, ਜਿਵੇਂ ਕਿ ਹਰਿਆਣੇ ਨੇ ਪਵਾਈ ਹੈ ਨਾ ਐਤਕੀ। ਵੀ ਜਾਣਾ ਦਿੱਲੀ ਆ, ਤੁਸੀਂ ਮਾਮੇ ਲੱਗਦੇ ਵਿੱਚ। ਜੀ ਜੀ ਜੀ। ਦਿੱਲੀ ਜਾਣਾ ਚਾਹੁੰਦੇ ਪੰਜਾਬ ਦੇ ਕਿਸਾਨ, ਜਾਂਦੇ ਸੜਕ ਦੇ ਰਾਹੀਂ ਆ, ਤੁਹਾਡਾ ਕੋਈ ਦੁੱਕੀ ਦਾ ਨੁਕਸਾਨ ਨਹੀਂ ਕਰਕੇ ਜਾਂਦੇ। ਤੁਸੀਂ ਐਵੇਂ ਉਹਦੇ ਧੂਤੂ ਬਣ ਕੇ ਵਿਚਾਲੇ ਖੜ ਗਏ ਆ ਤੇ ਬਾਅਦ ਦੇ ਵਿੱਚ ਸੌਖੇ ਰਹੇ ਆ ਜੀ। ਨਾਲੇ ਖੜੇ ਵੀ ਕੱਲੇ ਹੋ, ਤੁਹਾਡੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਨੇ, ਤੁਹਾਡੇ ਵਸਨੀਕ ਨੇ, ਉਹਨਾਂ ਨੇ ਵੈਲਕਮ ਕਮੇਟੀਆਂ ਬਣਾਈਆਂ, ਉਹ ਲੱਡੂ ਖਵਾ ਖਵਾ ਵੈਲਕਮ ਕਰ ਰਹੇ ਆ। ਤੇ ਤੁਹਾਨੂੰ ਐਵੇਂ ਸਮੱਸਿਆ ਖੜੀ ਹੋਈ ਪਈ ਆ ਵੀ ਇਹ ਕਿਤੇ ਵਿੱਚ ਦੀ ਲੰਘ ਨਾ ਜਾਣ। ਉਹਨਾਂ ਸੜਕਾਂ ਦਾ ਮਾਲਕ ਕੱਲਾ ਹਰਿਆਣਾ ਨਹੀਂ ਆ, ਕੱਲੀ ਖੱਟਰ ਸਰਕਾਰ ਨਹੀਂ ਹੈ। ਹਰੇਕ ਆਮ ਆਦਮੀ ਨੂੰ, ਹਰੇਕ ਭਾਰਤ ਦੇ ਵਸਨੀਕ ਨੂੰ ਹੱਕ ਹੈ ਉਹਨਾਂ ਸੜਕਾਂ ਤੋਂ ਨਿਕਲਣ ਦਾ, ਤੇ ਇਹ ਹੱਕ ਉਹਦੇ ਤੋਂ ਕੋਈ ਖੋ ਨਹੀਂ ਸਕਦਾ ਜੀ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪੇਸ਼ ਕਰੀਏ। ਬਹੁਤ ਸੋਹਣਾ ਚਾਹੀਦਾ ਵਿਚਾਰ ਹੈ ਟੈਣਾ ਸਾਹਿਬ। ਮੈਂ ਕਿਤੇ 17 ਪੜ੍ਹੀਆਂ, ਮੈਨੂੰ ਬੜੀਆਂ ਚੰਗੀਆਂ ਲੱਗੀਆਂ, ਤੇ ਅੱਜ ਦੇ ਕਹਿ ਲੋ ਸੰਦਰਭ ਦੇ ਵਿੱਚ ਢੁੱਕਦੀਆਂ ਵੀ ਲੱਗੀਆਂ। ਕਹਿੰਦੇ ਜ਼ਹਿਰ ਉਗਲਣ ਵਾਲਿਆਂ ਨੂੰ ਉਦੋਂ ਤੱਕ ਆਪਣੇ ਜ਼ਹਿਰ ਦੇ ਉੱਪਰ ਮਾਣ ਰਹਿੰਦਾ ਹੈ ਜਦੋਂ ਤੱਕ ਉਹਨਾਂ ਦਾ ਟੱਕਰਾ ਬਾਜ ਨਾਲ ਨਹੀਂ ਹੋ ਜਾਂਦਾ। ਵਾਹ, ਕੀ ਬਾਤ ਆ, ਬਹੁਤ ਖੂਬ ਗੱਲ ਹੈ ਇਹ। ਤੇ ਅਸਲ ਦੇ ਵਿੱਚ ਜ਼ਹਿਰ ਉਗਲਣੀ ਵੀ ਨਹੀਂ ਚਾਹੀਦੀ, ਭਾਵੇਂ ਉਹ ਰਾਜਨੀਤਿਕ ਵਿਅਕਤੀ ਹੋਣ, ਤੇ ਭਾਵੇਂ ਉਹ ਕੋਈ ਸਾਡੇ ਵਰਗਾ ਸਧਾਰਨ ਵਿਅਕਤੀ ਹੋਵੇ, ਤੇ ਭਾਵੇਂ ਕੋਈ ਵੀ ਕਿਸੇ ਵੀ ਪੱਧਰ ਦਾ, ਕਿਸੇ ਵੀ ਰੁਤਬੇ ਵਾਲਾ ਵਿਅਕਤੀ ਆ, ਭਾਵੇਂ ਕਿਸੇ ਵੀ ਵਰਗ ਦਾ ਵਿਅਕਤੀ ਆ, ਉਹਨੂੰ ਮਿੱਠਾ ਬੋਲਣਾ ਚਾਹੀਦਾ। ਤੇ ਦੂਜੇ ਪ੍ਰਤੀ ਮਿਠਾਸ ਦੀ ਭਾਵਨਾ ਅੰਦਰੂਨੀ ਤੌਰ ਦੇ ਉੱਤੇ ਵੀ ਰੱਖਣੀ ਚਾਹੀਦੀ ਆ। ਐਵੇਂ ਉੱਤੋਂ ਪੋਪਲੀਆਂ ਦੀਆਂ ਗੱਲਾਂ ਕਰਕੇ, ਚਿਕੜੀਆਂ ਚੋਪੜੀਆਂ ਜੀਆਂ, ਤੇ ਅੰਦਰ ਫਿਰ ਆਪਾਂ ਜ਼ਹਿਰ ਦਾ ਕੁੱਜਾ ਰੱਖੀ ਫਿਰਗੇ ਤੇ ਉਹਦੇ ਨਾਲ ਗੱਲ ਨਹੀਂ ਬਣਦੀਗੀ। ਇਸ ਕਰਕੇ ਭਾਈ ਅੰਦਰੋਂ ਬਾਹਰੋਂ ਇੱਕ ਹੋਣਾ ਸਿੱਖੋ। ਆਪਾਂ ਨੂੰ 14 ਦੇ ਵਿੱਚ ਕਿਹਾ ਸੀਗਾ ਵੀ ਸਵਾਮੀਨਾਥਨ ਫਾਰਮੂਲਾ ਲਾਗੂ ਕਰਾਂਗੇ, ਬੜੀਆਂ ਮਿੱਠੀਆਂ ਜੀਆਂ ਗੱਲਾਂ ਕੀਤੀਆਂ ਸੀ। ਭਾਈ ਔਰ ਬਹਿਨੋं, बहुत नुकसान कर दिया जो मनमोहन सिंह की सरकार थी, बहुत महंगाई कर दी। क्या आप चाहते हो देश में तरक्की हो? आ ले लो तरक्की जी। और मिले शिकू ਜਿਹੜੇ ਉਦੋਂ ਕਹਿੰਦੇ ਸੀ ਢਿੱਡ ਘਮਾ ਘਮਾ ਕੇ ਕਿ ਜੇਕਰ ਇਹਨਾਂ ਦੀ ਸਰਕਾਰ ਆ ਗਈ 35 ਰੁਪਏ ਲੀਟਰ ਪੈਟਰੋਲ ਮਿਲੂਗਾ, ਮਹਿੰਗਾਈ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੱਧਰ ਨੂੰ ਚੱਲ ਗਈ, ਹਰੇਕ ਬੰਦੇ ਦੇ ਖਾਤੇ ਦੇ ਵਿੱਚ 15-15 ਲੱਖ ਰੁਪਈਆ ਆ ਜਾਣਾ। ਨਾ ਉਹ ਲੱਭੇ, ਨਾ 15 ਲੱਖ ਲੱਭੇ, ਨਾ ਟਰੱਕ ਲੱਭੇ ਜਿਹੜੇ ਲੈ ਕੇ ਆ ਰਹੇ ਸੀ। ਮੈਨੂੰ ਤਾਂ ਕਦੇ ਕਦੇ ਇਉਂ ਲੱਗਦਾ ਵੀ ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉੱਡਣਾ ਯਾਰ ਕੁੜੇ। ਇਹ ਗਾਣਾ ਬਣਿਆ ਹੀ ਇਸ ਕਰਕੇ ਵੀ ਸੁੱਥਣ ਪਾ ਕੇ ਨੇਰੀ ਬਣ ਗਏ ਸੀ। ਬਿਲਕੁਲ ਸਹੀ। ਟੈਣਾ ਸਾਹਿਬ ਇਸ ਵੇਲੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਜਿਹੜੇ ਨੇ ਉਬਾਲੇ ਮਾਰ ਰਹੇ ਨੇ। ਕੁਦਰਤੀ ਆ ਹਰਮਨ ਜੀ, ਕਾਰਨ ਇਹ ਆ ਨਾ ਜਿਹੜੇ ਅਸੀਂ ਪੰਜਾਬ ਦੇ ਜੰਮੇ ਆ ਨਾ, ਇਹਨਾਂ ਦੇ ਬਾਰੇ ਅਸੀਂ ਪੜ੍ਹਦੇ ਰਹੇ ਆ ਕਿ ਨਿਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਆਮ ਤੌਰ ਦੇ ਉੱਤੇ ਸਾਨੂੰ ਮੁਹਿੰਮਾਂ ਪੈਂਦੀਆਂ ਹੈਗੀਆਂ ਚੋਣਾਂ ਦੀਆਂ ਹੀ। ਪੰਜਾਬ ਦੇ ਲੋਕਾਂ ਨੂੰ ਦੜਨ
ਕੁਚਲਣ ਕੱਦੂਕਸ਼ ਕਰਨੀਆਂ, ਕੋਈ ਕਸਰਾਂ ਬਾਕੀ ਨਹੀਂ ਛੱਡਦੇ। ਪਰ ਜਦੋਂ ਪੰਜਾਬੀ ਜਾਗਦੇ ਆ ਨਾ ਫਿਰ ਉਵੇਂ ਹੀ ਕਰਦੇ ਆ ਜਿਵੇਂ ਹੁਣ ਕਰਦੇ ਆ। ਜਦੋਂ ਪੰਜਾਬੀ ਜਾਗਦੇ ਆ ਨਾ ਫਿਰ ਉਹ ਉਵੇਂ ਹੀ ਤਾਰੇ ਦਿਖਾਉਂਦੇ ਜਿਵੇਂ ਹੁਣ ਦਿਸ ਰਹੇ ਆ। ਤੇ ਹੁਣ ਦਿੱਲੀ ਦੇ ਵਿੱਚ ਬੈਠੇ ਕਰੀ ਜਾਂਦੇ ਆ ਅਸੀਂ ਤਾਂ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਫਰਮਾਈ ਕਰਦੇ ਆ। 3 ਦਸੰਬਰ ਨੂੰ ਅਸੀਂ ਕਿਸਾਨ ਸੱਦੇ ਹੋਏ ਆ, ਜਿਹੜੇ ਪਹਿਲਾਂ 2 ਵਾਰੀ ਸੱਦੇ ਸੀ ਉਦੋਂ ਬਿੱਲੀ ਛਕ ਮਾਰ ਗਈ ਸੀ। ਤੁਸੀਂ ਪਹਿਲੀ ਵਾਰ ਹੀ ਜੇਕਰ ਕਿਸਾਨਾਂ ਨੂੰ ਉੱਥੇ ਮਿਲ ਕੇ ਕੁਝ ਗੱਲਾਂ ਮੰਨ ਲਈਆਂ ਹੁੰਦੀਆਂ, ਕੁਝ ਗੱਲਾਂ ਮਨਾ ਲਈਆਂ ਹੁੰਦੀਆਂ ਤਾਂ ਅੱਜ ਵਾਲੇ ਹਾਲਾਤ ਨਾ ਪੈਦਾ ਹੁੰਦੇ। ਤੁਸੀਂ ਵੀ ਅਸਲ ਦੇ ਵਿੱਚ ਸਵਾਦ ਲੈਣਾ ਸੀ ਤੇ ਤੁਹਾਨੂੰ ਮਿਲ ਗਿਆ। ਨਾਲੇ ਜੇ ਤੁਸੀਂ 3 ਨੂੰ ਸੱਦੇ ਹੋਏ ਆ ਤੇ ਕਿਸਾਨ ਤਾਂ ਹੁਣ ਆਪ ਮੁਹਾਰੇ ਪਹੁੰਚੇ ਹੋਏ ਆ, ਹੁਣ ਗੱਲ ਕਰ ਲਓ ਹੁਣ ਕੀ ਹੋ ਗਿਆ। 3 ਨੂੰ ਤੁਹਾਨੂੰ ਕਿਹਨੇ ਇੱਥੇ ਮੂਰਤ ਕੱਢ ਕੇ ਦੱਸਿਆ? ਤੁਸੀਂ ਆਪ ਜਾਓ, ਚਲੋ ਰਾਮਲੀਲਾ ਮੈਦਾਨ ਦੇ ਵਿੱਚ, ਚਲੋ ਹੁਣ ਤੁਸੀਂ ਕਹਿੰਦੇ ਵੀ ਅਸੀਂ ਜਗ੍ਹਾ ਬਦਲ ਦੇਣੀ ਆ, ਉਸ ਥਾਂ ਦੇ ਉੱਤੇ ਪਹੁੰਚ ਜਾਓ, ਗੱਲਬਾਤ ਕਰੋ। ਬਿਲਕੁਲ ਸਹੀ, ਕਿਉਂਕਿ ਦੇਖੋ ਮਸਲੇ ਦਾ ਹੱਲ ਤਾਂ ਗੱਲਬਾਤ ਦੇ ਨਾਲ ਹੀ ਹੋਣਾ ਨਾ। ਹੁਣ ਵੀ ਕਿਹੜਾ ਕੁਝ ਹੋ ਗਿਆ ਵੀ ਤੁਸੀਂ ਹੁਣ ਕਹੋ ਜੀ ਆਉਨੇ ਆ ਅਸੀਂ, ਆਜੋ ਤੁਸੀਂ ਜਾਂ ਤੁਹਾਡੀਆਂ ਜਥੇਬੰਦੀਆਂ ਜਿਹੜੇ ਨੁਮਾਇੰਦੇ ਆ ਉਹ ਸਾਰੇ ਆਉਣ, ਅਸੀਂ ਬਹਿ ਕੇ ਗੱਲ ਕਰ ਲੈਣੇ, ਆਪਾਂ ਮਾਮਲਾ ਖਤਮ ਕਰੀਏ। ਕਿਉਂਕਿ ਇਹਦੇ ਨਾਲ ਜਿਹੜਾ ਮਸਲਾ ਉਹਦਾ ਹੱਲ ਨਿਕਲੂਗਾ ਤੇ ਜੋ ਕੁਝ ਵਾਪਰ ਰਿਹਾ ਉਹ ਖਤਮ ਹੋਊਗਾ, ਹਨਾ। ਪਰ ਟਾਣਾ ਸਾਹਿਬ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਵੇਖ ਕੇ ਮਨ 'ਚ ਜੋਸ਼ ਵੀ ਪੈਦਾ ਹੋ ਰਿਹਾ, ਤੁਹਾਡਾ ਰੋਣਾ ਵੀ ਨਿਕਲਦਾ। ਤੁਸੀਂ ਮੈਂ ਨਾ ਅੱਜ ਇੱਕ ਫੋਟੋ ਦੇਖੀ ਜੀ, ਫੋਟੋ ਦੇ ਥੱਲੇ ਸੁਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਅਰ ਲਿਖਿਆ ਹੋਇਆ, ਹਰਿਆਣੇ ਦੀ ਹੱਦ ਆ ਜਿਹੜੀ, ਉੱਥੇ ਲਿਖਿਆ ਹੋਇਆ ਜੀ ਆਇਆਂ ਨੂੰ, ਹਰਿਆਣਾ ਤੁਹਾਡਾ ਸਵਾਗਤ ਕਰਦਾ ਹੈ। ਤੇ ਸੜਕ ਦੇ ਉੱਤੇ ਬਹੁਤ ਵੱਡੇ ਵੱਡੇ ਪੱਥਰ ਸੁੱਟੇ ਹੋਏ ਆ, ਬੈਰੀਕੇਡ ਲੋਹੇ ਦੇ ਜੰਗਲੇ ਲਾਏ ਹੋਏ ਆ, ਸੰਗਲ ਬੰਨੇ ਹੋਏ ਆ, ਤੇ ਥੱਲੇ ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਆ ਕਿ ਜਿੰਦੇ ਕੁੰਡੇ ਮਾਰ ਕੇ ਬੂਹਾ ਢੋਇਆ ਹੋਇਆ ਸੀ, ਉੱਤੇ ਉਦਾਂ ਜੀ ਆਇਆਂ ਨੂੰ ਲਿਖਿਆ ਹੋਇਆ ਸੀ। ਵਾਹ ਕੀ ਬਾਤ ਹੈ। ਇੱਕ ਪਾਸੇ ਉੱਤੇ ਲਿਖਿਆ ਹੋਇਆ ਜੀ ਆਇਆਂ ਨੂੰ ਤੇ ਅੰਦਰ ਕੋਈ ਵੜ ਨਾ ਜਾਵੇ, ਹਰਿਆਣੇ ਦੇ ਵਿੱਚ ਦਾਖਲ ਨਾ ਹੋ ਜੇ, ਇਸ ਕਰਕੇ ਬਹੁਤ ਅੜਿੱਕੇ ਡਾਏ ਹੋਏ ਆ। ਇਹ ਨੀਤਾਂ ਬਿਲਕੁਲ ਤੇ ਨੀਤਾਂ ਨੂੰ ਹੀ ਮੁਰਾਦਾਂ ਹੁੰਦੀਆਂ ਨੇ। ਪਰ ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਵੀ ਤੁਹਾਡੇ ਕੋਲ ਟੋਏ ਪੁੱਟਣ ਦਾ ਸਮਾਂ ਹੈ, ਤੁਹਾਡੇ ਕੋਲ ਜੰਗਲੇ ਮਾਰਨ ਦਾ ਸਮਾਂ ਹੈ, ਤੁਹਾਡੇ ਕੋਲ ਪੱਥਰ ਰਖਵਾਉਣ ਦਾ ਸਮਾਂ ਹੈ, ਤੁਹਾਡੇ ਕੋਲ ਹੋਰ ਅੜਿੱਕੇ ਡਾਉਣ ਦਾ ਸਮਾਂ ਹੈ, ਪਰ ਗੱਲ ਕਰਨ ਦਾ ਸਮਾਂ ਹੈ ਨਹੀਂਗਾ। ਬਿਲਕੁਲ ਇਹ ਗੱਲ ਤੁਹਾਡੀ ਸਹੀ ਆ ਜੀ। ਉਦੋਂ ਤੁਸੀਂ ਕਹਿੰਦੇ ਹੋ ਆਓ ਚਾਹ ਪੀਓ ਤੇ ਚੱਲ ਜਾਓ, ਉਦੋਂ ਤੁਸੀਂ ਕਹਿੰਦੇ ਹੋ ਵੀ ਨਹੀਂ, ਉਦੋਂ ਵੀ ਤੁਸੀਂ ਗਲਤ ਸੀ ਤੇ ਅੱਜ ਵੀ ਤੁਸੀਂ ਗਲਤ ਹੋ। ਉਦੋਂ ਤੁਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਸੀਗੇ, ਤੁਸੀਂ ਉਹਨਾਂ ਨੂੰ ਸੱਦ ਕੇ ਸਿਰਫ ਚਾਹ ਪਾਣੀ ਪੁੱਛ ਕੇ ਤੇ ਆਪ ਸਮਝਾਉਣ ਦੀ ਕੋਸ਼ਿਸ਼ ਕਰਦੇ ਵਾਪਸ ਤੋਰ ਦਿੱਤਾ। ਹੁਣ ਜਦੋਂ ਆਪ ਤੁਰ ਕੇ ਉੱਥੇ ਜਾ ਰਹੇ ਤੁਹਾਨੂੰ ਕਿਸਾਨ ਗਲਤ ਲੱਗਣ ਲੱਗ ਗਏ। ਬਜ਼ੁਰਗਾਂ ਦੀਆਂ ਵੀਡੀਓ ਦੇਖ ਕੇ ਨਾ ਮਨ ਭਾਵੁਕ ਹੋ ਜਾਂਦਾ ਜੀ। ਜਿਹੜਾ ਵੀ ਬੰਦਾ ਸੰਵੇਦਨਸ਼ੀਲ ਆ, ਜਿਹੜਾ ਰੋਟੀ ਕਮਾਉਣ ਵਾਲਿਆਂ ਦੀ ਜਾਂ ਅੰਨ ਪੈਦਾ ਕਰਨ ਵਾਲਿਆਂ ਦੀ ਕਦਰ ਕਰਦਾ, ਉਹਦੇ ਅੰਦਰ ਆਪੇ ਭਾਵੁਕਤਾ ਪੈਦਾ ਹੁੰਦੀ ਆ। ਇੱਕ ਬਜ਼ੁਰਗ 72-73 ਸਾਲ ਦਾ, ਜਿਹਨੂੰ ਇੱਕ ਹਿੰਦੀ ਟੀਵੀ ਚੈਨਲ ਵਾਲਿਆਂ ਨੇ ਸਵਾਲ ਕੀਤਾ, ਉਹ ਬਜ਼ੁਰਗ ਹੈਗਾ ਲਗਭਗ 75 ਵਰਿਆਂ ਦਾ ਜੀ, ਤੇ ਉਹਨੂੰ ਹੁਣ ਵਿਚਾਰਿਆਂ ਨੂੰ ਹਿੰਦੀ ਨਹੀਂ ਆਉਂਦੀ, ਬਜ਼ੁਰਗਾਂ ਨੂੰ ਆਪਣਿਆਂ ਨੂੰ ਹਿੰਦੀ ਨਹੀਂ ਆਉਂਦੀ ਹੁੰਦੀ, ਸਾਨੂੰ ਵੀ ਕਿਹੜਾ ਬਹੁਤ ਮੁਕੰਮਲ ਆਉਂਦੀ ਹੈ। ਉਹ ਹਿੰਦੀ ਚੈਨਲ ਦਾ ਪੱਤਰਕਾਰ ਕਹਿੰਦਾ ਵੀ ਬਾਪੂ ਜੀ ਆਪ ਕਹਾਂ ਜਾ ਰਹੇ ਹੋ? ਕਹਿੰਦਾ ਦਿੱਲੀ ਚਲੇ हैं। ਉਹ कहना जी कि इतनी सर्दी में चले हो, क्यों चले हो? कहना जी हमारी फसलें लूटने लगा है मोदी, हमारे खेत को लूटने लगा मोदी, हमारे को मारने लगा मोदी, हम तो मोदी को मूकियों से कूटेंगे जाकर। हाँ बिल्कुल सही। मतलब ये है भी बजुर्ग ने भी आपदी कणी दिखा दी है, इन्हां दे अंदर कणी कोई नहीं, ਜਿਹੜੇ ਦਿੱਲੀ 'ਚ ਬੈਠੇ ਆ ਨਾ। ਇੱਕ ਬਜ਼ੁਰਗ ਮਾਤਾ ਜਿਹਨੂੰ ਪੱਤਰਕਾਰ ਸਵਾਲ ਕਰਦਾ ਵੀ ਤੁਸੀਂ ਕਿੱਧਰ ਚੱਲੇ ਹੋ, ਉਹ ਕਹਿੰਦੀ ਜੀ ਮੇਰੇ ਬੱਚਾ ਕੋਈ ਨਹੀਂ, ਸਾਡੇ ਬੱਚਾ ਕੋਈ ਨਹੀਂਗਾ, ਅਸੀਂ 2 ਜਣੇ ਹੀ ਆ, ਪਰ ਆ ਜਿੰਨੇ ਵੀ ਲੋਕ ਖੜੇ ਆ, ਇਹ ਜਿੰਨੇ ਵੀ ਧੀਆਂ ਪੁੱਤ ਖੜੇ ਆ, ਸਾਡੇ ਆਪਣੇ ਬੱਚੇ ਆ। ਉਹ ਕਹਿੰਦੀ ਮੈਂ ਖੱਫਣ ਪਾ ਕੇ ਤੁਰੀਆਂ ਆਪਦੇ ਝੋਲੇ ਦੇ ਵਿੱਚ, ਮੈਂ ਮਰਨ ਚੱਲੀ ਆ। ਬਿਲਕੁਲ, ਉਹ ਕਹਿੰਦੇ ਜਿੱਥੇ ਲੋੜ ਪਏਗੀ ਸਭ ਤੋਂ ਪਹਿਲਾਂ ਕੁਰਬਾਨੀ ਮੈਂ ਦੇਵਾਂਗੀ। ਤੁਸੀਂ ਇਹ ਵੇਖੋ ਟਾਣਾ ਸਾਹਿਬ, ਬਜ਼ੁਰਗ ਬਹੁਤ ਸਾਰੇ ਸਾਹਮਣੇ ਆਏ, ਕਿੰਨੀਆਂ ਬੀਬੀਆਂ ਭੈਣਾਂ ਜਿਹੜੀਆਂ ਉਹ ਰਾਤ ਦੇ ਹਨੇਰਿਆਂ ਦੇ ਵਿੱਚ ਸਮੂਹ ਬਣਾ ਕੇ ਬਿਨਾਂ ਕਿਸੇ ਡਰ ਖੌਫ ਦੇ ਤੇ ਉਹ ਵੀ ਅੱਗੇ ਵਧ ਰਹੀਆਂ ਨੇ। ਔਰ ਇੱਕ ਨਿੱਕਾ ਜਿਹਾ ਬੱਚਾ ਮੈਂ ਵੇਖਿਆ, ਇੰਨਾ ਕੁ ਹੋਊਗਾ, ਉਹਦੇ ਹੱਥ ਦੇ ਵਿੱਚ ਵੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਲਾ ਝੰਡਾ ਫੜਿਆ ਹੋਇਆ ਹੈ ਤੇ ਉਹ ਵੀ ਉਸ ਰਾਹ ਤੇ ਤੁਰਦਾ ਜਾ ਰਿਹਾ ਅੱਗੇ। ਬਿਲਕੁਲ ਕਮਾਨ ਵਾਂਗੂ ਝੁਕੀ ਹੋਈ ਬੇਬੇ, ਜਿਹੜੀ ਕਿ ਬਿਲਕੁਲ ਐਦਾਂ ਉਹਦਾ ਕੁੱਬ ਪਿਆ ਹੋਇਆ। ਮੇਰਾ ਖਿਆਲ ਆ ਵੀ ਉਹਦਾ ਜਿਹੜਾ ਸਿਰ ਆ ਉਹਦੇ ਲੱਕ ਨੂੰ ਛੂੰਦਾ ਇੱਥੇ, ਵੀ ਇੰਨਾ ਕੁੱਬ ਆ। ਉਹਦੇ ਹੱਥ ਦੇ ਵਿੱਚ ਵੀ ਝੰਡਾ ਫੜਿਆ ਹੋਇਆ। 90 ਸਾਲ ਤੋਂ ਉੱਤੇ ਉਹਦੀ ਉਮਰ ਆ ਤੇ ਉਹ ਬੇਬੇ ਇਹ ਗੱਲ ਕਹਿ ਰਹੀ ਹੈ ਕਿ ਮੈਂ ਖੇਤਾਂ ਨੂੰ ਬਚਾਉਣਾ, ਮੈਂ ਜਾਂਦੀ ਜਾਂਦੀ ਫੇਰ ਧਰਤੀ ਨੂੰ ਬਚਾ ਕੇ ਜਾਣਾ, ਮੇਰੇ ਪੁੱਤਾਂ ਧੀਆਂ ਦੀ ਪੋਤਿਆਂ ਦੀ ਦੋਤਿਆਂ ਦੀ ਜ਼ਮੀਨ ਦਾ ਸਵਾਲ ਆ, ਮੈਂ ਤਾਂ ਮਾਰੀ ਜਾਣਾ, ਅੱਜ ਨਹੀਂ ਤਾਂ ਕੱਲ ਨੂੰ ਮਰ ਜਾਣਾ, ਅੱਜ ਇਸ ਵਕਤ ਕੁਝ ਨਾ ਕੁਝ ਕਰਕੇ ਜਾਊਂਗੀ। ਸਾਡੀਆਂ ਸਰਕਾਰਾਂ ਨੂੰ ਹੁਣ ਸੋਚਣਾ ਚਾਹੀਦਾ ਵੀ ਮੱਥਾ ਕਿਹਦੇ ਨਾਲ ਲਾ ਲਿਆ। ਇਹ ਉਹ ਲੋਕ ਨੇ ਜਿਹੜੇ ਕਿ ਰੁੱਖ ਬਦਲਣਾ ਜਾਣਦੇ ਨੇ, ਇਹ ਉਹ ਲੋਕ ਨੇ ਜਿਹਨਾਂ ਨੂੰ ਤੁਸੀਂ 2% ਕਹਿੰਦੇ ਹੋ, ਜਿਹਨਾਂ ਨੂੰ ਕਹਿੰਦੇ 2% ਦੀ ਸਿੱਖੀ ਆ, ਇਹ 2% ਨੇ ਤੁਹਾਡੀ ਭੰਬੜਾ ਭੂੰ ਕਰਤਾ। ਇਹ ਦੇਖੋ ਹਾਂ, ਉਹ ਗਾਣਾ ਵੀ ਆਇਆ ਸੀ ਨਾ ਟਾਣਾ ਸਾਹਿਬ ਵੀ ਹੁਣ ਵਕਤ ਪਾ ਦੇਾਂਗੇ ਜ਼ਾਲਮ ਸਰਕਾਰਾਂ ਨੂੰ, ਤੇ ਉਹਨਾਂ ਨੇ ਵਕਤ ਪਾ ਦਿੱਤਾ। ਇਹ 2% ਨੇ ਹੀ ਤੁਹਾਨੂੰ ਟਿਕਣ ਨਹੀਂ ਦੇਣਾ ਜੇਕਰ ਤੁਸੀਂ ਆਪਣੀਆਂ ਗਲਤ ਗੱਲਾਂ ਤੋਂ ਪਿੱਛੇ ਨਾ ਹਟੇ। ਤਾਂ ਜੇ ਅਸੀਂ ਸਭ ਕੁਝ ਕਰਨਾ ਜਾਣਦੇ ਹਾਂ, ਜੇਕਰ ਅਸੀਂ ਸਾਰਿਆਂ ਨੂੰ ਰੋਟੀ ਖਵਾਉਣਾ ਜਾਣਦੇ ਹਾਂ, ਤੇ ਫਿਰ ਅਸੀਂ ਕਿਵੇਂ ਗਲਤ ਦੇ ਅੱਗੇ ਖੜੇ ਹੋਈਦਾ ਇਹ ਵੀ ਜਾਣਦੇ ਹਾਂ ਚੰਗੀ ਤਰ੍ਹਾਂ। ਔਰ ਇਹ ਸਾਰਾ ਕੁਝ ਇਹਨਾਂ ਕਿਸਾਨਾਂ ਨੇ ਦਿਖਾ ਦਿੱਤਾ। ਸਹੀ ਗੱਲ ਆ। ਜੱਜ ਦਾ ਵਿਚਾਰ। ਹਰਮਨ ਜੀ, ਕਿਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਟਰੈਕਟਰ ਦੇਖਿਆ? ਕੋਈ ਗੱਦੀ ਵਾਲਾ ਟਰੈਕਟਰ ਹੀ ਹੋਵੇ,
ਬਈ ਸੀਟ ਦੇ ਉੱਤੇ ਗੱਦੀ ਲਾਈ ਹੋਵੇ, ਉਹ ਟਰੈਕਟਰ ਦੇ ਉੱਤੇ ਜਾ ਰਹੇ ਹੁਣ ਮੂਰੇ ਨਾਲ ਰਾਹੁਲ ਗਾਂਧੀ ਹੋਰੀ ਬੈਠੇ ਹੋਣ, ਸੁਨੀਲ ਜਾਖੜ ਹੋਰੀ ਬੈਠੇ ਹੋਣ, ਕੋਈ ਟਰੈਕਟਰ ਇਹੋ ਜਿਹਾ ਨਜ਼ਰ ਆਇਆ ਜਿਹਦੇ ਉੱਤੇ ਹਰੀਸ਼ ਰਾਵਤ ਹੋਰੀ ਵੀ ਬੈਠੇ ਹੋਣ, ਕੋਈ ਇਹੋ ਜਿਹਾ ਟਰੈਕਟਰ ਨਜ਼ਰ ਆਇਆ ਜਿਹਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਬੈਠੇ ਹੋਣ, ਕਿਉਂਕਿ ਇਹਨਾਂ ਸਾਰਿਆਂ ਨੇ ਟਰੈਕਟਰ ਰੈਲੀਆਂ ਕੱਢੀਆਂ ਸੀ। ਹੁਣ ਇਹਨਾਂ ਦੇ ਟਰੈਕਟਰ ਪੈਂਚਰ ਹੋ ਗਏ, ਉਹਨਾਂ ਦਾ ਗੇਅਰ ਗੁੱਛਾ ਟੁੱਟ ਗਿਆ, ਇਹਨਾਂ ਦੇ ਹੌਸਲੇ ਪਸਤ ਹੋ ਗਏ ਜਾਂ ਡਰਾਮੇਬਾਜ਼ੀ ਸੀ, ਹੁਣ ਇਸ ਗੱਲ ਦੀ ਸਮਝ ਨਹੀਂ ਆਉਂਦੀ। ਨਹੀਂ ਤੁਰੇ ਸੀ ਉਹ ਟਾਣਾ ਸਾਹਿਬ, ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ, ਕੈਪਟਨ ਸਾਹਿਬ ਵੀ ਤੁਰੇ ਸੀ, ਸੁਖਬੀਰ ਬਾਦਲ ਹੋਰੀ ਵੀ ਤੁਰੇ ਸੀ, ਪਰ ਅਸਲ ਦੇ ਵਿੱਚ ਰਾਜ ਧੁੰਦ ਬਹੁਤ ਪੈ ਗਈ, ਉਹਨਾਂ ਨੂੰ ਰਸਤਾ ਨਹੀਂ ਪਤਾ ਲੱਗਿਆ, ਉਹ ਕਿਸੇ ਹੋਰ ਬੰਨੇ ਨੂੰ ਟਰੈਕਟਰ ਮੋੜ ਲਏ ਉਹਨਾਂ ਨੇ, ਸ਼ਾਇਦ ਹੋ ਸਕਦਾ ਭੁੱਲੇ ਭਟਕੇ ਕਿਤੇ ਵਾਪਸ ਦਿੱਲੀ ਵੱਲ ਨੂੰ ਮੋੜ ਲੈਣ ਉਹ, ਪਰ ਫਿਲਹਾਲ ਉਹ ਗੁਆਚੇ ਹੋਏ ਨੇ, ਲੱਭ ਨਹੀਂ ਰਹੇ। ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਹਰਮਨ ਜੀ, ਵੀ ਜਿਹੜੇ ਨੇਤਾ ਹੁਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਰੈਲੀਆਂ ਕਰ ਕਰਕੇ ਕਹਿੰਦੇ ਸੀ, ਕੋਈ ਕਹਿੰਦਾ ਮੈਂ ਚੰਡੀਗੜ੍ਹ ਨੂੰ ਚੱਲਿਆ, ਸਾਡੇ ਟਰੈਕਟਰਾਂ ਦਾ ਕਾਫਲਾ ਉਧਰ ਨੂੰ ਚੱਲਿਆ, ਕੋਈ ਕਹਿੰਦੇ ਜੀ ਅਸੀਂ ਬੱਧਨੀ ਕਲਾਂ ਤੋਂ ਸਿੱਧੇ ਸੰਗਰੂਰ ਨੂੰ ਟਰੈਕਟਰ ਪਾ ਲਿਆ, ਦਿੱਲੀੋਂ ਆ ਕੇ ਪੰਜਾਬ ਦੇ ਵਿੱਚ ਰੈਲੀਆਂ ਕਰਦੇ ਸੀ ਟਰੈਕਟਰਾਂ ਵਾਲੀਆਂ, ਪੰਜਾਬ ਦੇ ਵਿੱਚੋਂ ਜਾ ਕੇ ਚੰਡੀਗੜ੍ਹ ਦੇ ਵਿੱਚ ਰੈਲੀਆਂ ਕਰਦੇ ਸੀਗੇ, ਤੇ ਹੁਣ ਉਹ ਕਿੱਧਰ ਗਏ? ਬਿਲਕੁਲ ਹੁਣ ਕਿੱਧਰ ਸੁੱਤੇ ਪਏ ਉਹ ਕਿਉਂ ਨਹੀਂ ਜਾਗਦੇ? ਉਹਨਾਂ ਨੂੰ ਇਹ ਚਾਹੀਦਾ ਸੀ ਮੂਹਰੇ ਲਾਉਂਦੇ ਕਿਸਾਨਾਂ ਦੇ ਟਰੈਕਟਰ, ਉਹ ਕਹਿੰਦੇ ਵੀ ਪਾਣੀ ਦੀਆਂ ਵਿਛਾੜਾਂ ਅਸੀਂ ਆਪਦੀ ਹਿੱਕ ਤੇ ਮਰਾਉਣੀਆਂ, ਉਹ ਕਹਿੰਦੇ ਵੀ ਅਥਰੂ ਗੈਸ ਦੇ ਗੋਲੇ ਪਹਿਲਾਂ ਸਾਡੇ ਉੱਤੇ ਡਿੱਗਣ, ਕਿਉਂਕਿ ਇਹ ਮਗਰ ਉਹ ਲੋਕ ਆ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਇੱਥੋਂ ਤੱਕ ਪਹੁੰਚਾਇਆ, ਇਹ ਉਹ ਲੋਕ ਆ ਜਿਹੜੇ ਖੇਤਾਂ ਦੇ ਕੰਮ ਛੱਡ ਕੇ ਕਤਾਰ ਦੇ ਵਿੱਚ ਖੜ ਜਾਂਦੇ ਪੋਲਿੰਗ ਬੂਥ ਤੇ ਜਾ ਕੇ, ਵੀ ਅੱਜ ਅਸੀਂ ਵੋਟਾਂ ਪਾਉਣੀਆਂ ਫਲਾਣੇ ਨੂੰ, ਅੱਜ ਵੋਟ ਪਾਉਣੀ ਫਲਾਣੇ ਨੂੰ, ਅੱਜ ਤਾਂ ਲੱਭਦੇ ਹੀ ਨਹੀਂ। ਨਹੀਂ ਇਹਨਾਂ ਨੇ ਸਾਨੂੰ ਇਨਸਾਨ ਜਾਣੇ ਹੀ ਕਦੋਂ ਟਾਣਾ ਸਾਹਿਬ? ਇਹ ਤੁਹਾਨੂੰ ਲੱਗਦਾ ਵੀ ਸਾਨੂੰ ਕਦੀ ਇਨਸਾਨਾਂ ਦੀ ਕਤਾਰ ਦੇ ਵਿੱਚ ਵੇਖਦੇ ਸੀ? ਇਹਨਾਂ ਨੂੰ ਅਸੀਂ ਤੁਰਦੀਆਂ ਫਿਰਦੀਆਂ ਵੋਟਾਂ ਹੀ ਨਜ਼ਰ ਆਉਂਦੇ ਸੀ, ਔਰ ਹੁਣ ਚਾਹੇ ਸੁੱਤੇ ਹੋਏ ਨੇ, ਜਿਵੇਂ 2022 ਨੇੜੇ ਆਇਆ ਇਹਨਾਂ ਨੇ ਫੇਰ ਜਾਗਣਾ ਹੈ, ਫੇਰ ਸਾਡੇ ਤੁਹਾਡੇ ਘਰਾਂ ਜਾ ਕੇ ਰੋਟੀ ਖਾਣਗੇ, ਰਾਤਾਂ ਰਹਿਣਗੇ, ਚੁੱਲ੍ਹੇ ਦੇ ਵਿੱਚ ਆਪ ਅੱਗ ਬਾਲਣਗੇ, ਮੁੜ ਕੇ ਤੁਹਾਡੀਆਂ ਰਜਾਈਆਂ ਆਪ ਠੀਕ ਕਰਨਗੇ, ਤੁਹਾਡੇ ਬਿਸਤਰੇ ਚੰਗੀ ਤਰ੍ਹਾਂ ਵਿਛਾ ਕੇ ਜਾਣਗੇ, ਮੁੜ ਕੇ ਸਭ ਕੁਝ ਕਰਨਗੇ। ਤੁਸੀਂ ਵੇਖਿਓ ਹਾਲੇ ਫਿਲਹਾਲ ਥੋੜਾ ਜਿਹਾ ਵਿਅਸਤ ਨੇ ਆਪਣੇ ਕੰਮਾਂ ਦੇ ਵਿੱਚ, ਸਮਝ ਨਹੀਂ ਆਉਂਦੀ ਕਿ ਕਿੱਧਰ ਨੂੰ ਗਏ ਨਹੀਂ, ਹਨਾ? ਪਰ ਡਾਕਟਰ ਧਰਮਵੀਰ ਗਾਂਧੀ ਜੋ ਕੰਮ ਉਹਨਾਂ ਨੇ ਕਰ ਦਿਖਾਇਆ ਨਾ, ਵਾਕਈ ਮੈਂ ਕਹਿੰਦੀ 100 ਵਾਰ ਸਲਾਮ ਹੈ ਉਹਨਾਂ ਨੂੰ। ਕਈ ਨੇਤਾਵਾਂ ਨੇ ਚੰਗਾ ਕੰਮ ਕੀਤਾ ਪੰਜਾਬ ਦਿਆਂ ਨੇ, ਉਹਨਾਂ ਦੇ ਵਿੱਚ ਇੱਕ ਡਾਕਟਰ ਧਰਮਵੀਰ ਗਾਂਧੀ ਆ, ਜਿਨ੍ਹਾਂ ਨੂੰ ਇਮਾਨਦਾਰ ਹੋਣ ਕਰਕੇ ਅਸੀਂ ਹਰਾ ਦਿੱਤਾ, ਤੇ ਇਹ ਵੀ ਸਾਡੀ ਇੱਕ ਵੱਖਰੀ ਪਛਾਣ ਆ। ਧਰਮਵੀਰ ਗਾਂਧੀ ਹੋਰਾਂ ਨੇ ਜਾ ਕੇ ਸ਼ੰਭੂ ਬੈਰੀਅਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਦਵਾਈਆਂ ਦੀ ਦੁਕਾਨ ਖੋਲਤੀ, ਉਹ ਕਹਿੰਦੇ ਵੀ ਇੱਥੇ ਪੱਟੀ ਕਰਾਓ, ਇੱਥੇ ਠੰਡ ਦੇ ਨਾਲ ਜਿਹੜੇ ਲੋਕ ਬਿਮਾਰ ਹੁੰਦੇ ਦਵਾਈ ਲਓ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਤੇ ਸਿਹਤ ਸਹੂਲਤਾਂ ਅਸੀਂ ਮੁਹੱਈਆ ਕਰਵਾਉਣੀਆਂ, ਉਹਨਾਂ ਨੂੰ ਵੀ ਸਲਾਮ ਕਰਨੀ ਬਣਦੀ ਹੈ। ਬਿਲਕੁਲ ਸਹੀ। ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਨਾਲ ਅੱਗੇ ਆ ਕੇ ਖੜੀਆਂ ਨੇ, ਤੇ ਸਾਰਿਆਂ ਨੂੰ ਇਹ ਬੇਨਤੀ ਕਰਨੀ ਬਣਦੀ ਹੈ, ਚਾਹੇ ਕੋਈ ਕਿਸਾਨ ਜਿਹੜਾ ਹੈ ਉੱਥੇ ਗਿਆ ਹੋਇਆ ਉਹ ਹੈ, ਤੇ ਚਾਹੇ ਕੋਈ ਆਮ ਬੰਦਾ ਹੈ ਜਿਹਦਾ ਕੋਈ ਸ਼ਾਇਦ ਕਿਸਾਨੀ ਨਾਲ ਵਾਹ ਵਾਸਤਾ ਨਾ ਹੋਵੇ, ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਬਣਦੀ ਹੈ ਕਿ ਹੁਣ ਜੋ ਕੁਝ ਵਾਪਰਿਆ ਇਹਨੂੰ ਆਪਣੀਆਂ ਚੇਤਿਆਂ ਦੇ ਵਿੱਚ ਵਸਾ ਕੇ ਰੱਖਿਓ, ਕਿਉਂਕਿ ਇਹੀ ਸਾਰੀਆਂ ਗੱਲਾਂ 2022 ਦੇ ਵਿੱਚ ਕੰਮ ਆਉਣਗੀਆਂ। ਮੈਂ ਨਾ ਅੱਜ ਸਵੇਰੇ ਭਾਵੁਕ ਹੋ ਗਿਆ, ਮੈਨੂੰ ਇੱਕ ਮੇਰੇ ਸਾਥੀ ਦਾ ਫੋਨ ਆਇਆ, ਉਹ ਕਹਿੰਦੇ ਜੀ ਅਸੀਂ ਪਹੁੰਚੇ ਹੋਏ ਆ ਤਕਰੀਬਨ ਪਾਣੀਪਤ ਦੇ ਕੋਲੇ। ਅੱਛਾ ਜੀ। ਕਹਿੰਦੇ ਵੀ ਰਾਤ ਨਾ ਸਾਡੀ ਟਰਾਲੀ ਦਾ ਟਾਇਰ ਫਟ ਗਿਆ। ਓਹੋ। ਤੇ ਕਹਿੰਦੇ ਵੀ ਅਸੀਂ ਉੱਥੇ ਇੱਕ ਦੁਕਾਨ ਵਾਲਾ ਬੰਦਾ ਲੱਭ ਕੇ ਲਿਆਂਦਾ, ਪਤਾ ਲੱਗਾ ਜੀ ਕਿ ਫਲਾਣਾ ਬੰਦਾ ਪੈਂਚਰ ਲਾਉਂਦਾ, ਉਹਨੇ ਸਾਡੇ ਕੋਲੋਂ ਪੈਂਚਰ ਲਾਉਣ ਤੋਂ ਬਾਅਦ ਪੈਸੇ ਹੀ ਨਹੀਂ ਲਏ। ਕਹਿੰਦੇ ਤੁਸੀਂ ਬਹੁਤ ਮਹਾਨ ਕੰਮ ਨੂੰ ਚੱਲੇ, ਮੈਂ ਪੈਸੇ ਨਹੀਂ ਲੈਣੇ। ਕਹਿੰਦਾ ਵੀ ਸਾਡਾ ਇੱਕ ਜਾਣਕਾਰ ਆ, ਉਹਨੇ ਕਿਹਾ ਯਾਰ ਵੀ ਆਪਣੇ ਕੋਲੇ ਰੋਟੀ ਥੋੜੀ ਆ, ਘਰੋਂ ਤਾਂ ਵੈਸੇ ਪੌਣੇ ਚ ਬੰਨ ਕੇ ਲਿਆਂਦੀਆਂ, ਬੰਦੇ ਆਪਾਂ ਜ਼ਿਆਦਾ ਤੇ ਰੋਟੀ ਆਪਣੀ ਘਟ ਗਈ ਆ, ਇੱਕ ਛੋਟਾ ਜਿਹਾ ਢਾਬਾ ਖੁੱਲਾ ਦਿਖਾਈ ਦਿੱਤਾ, ਉਹਦੇ ਕੋਲੋਂ ਰੋਟੀ ਖਾਧੀ ਅਸੀਂ ਢਿੱਡ ਭਰ ਕੇ, ਉਹਨੂੰ ਪੈਸੇ ਪੁੱਛੇ, ਉਹ ਕਹਿੰਦਾ ਅੱਧੇ ਦੇ ਦਿਓ, ਮੈਂ ਪੂਰੇ ਨਹੀਂ ਲੈਣੇ, ਤੁਸੀਂ ਬਹੁਤ ਮਹਾਨ ਕੰਮ ਨੂੰ ਚੱਲੇ ਆ। ਵਾਹ। ਜਿਹੜੇ ਲੋਕ ਇਦਾਂ ਦੇ ਉਹ ਤਾਂ ਮਦਦ ਕਰਦੇ ਆ, ਤੇ ਜਿਨ੍ਹਾਂ ਲੋਕਾਂ ਨੂੰ ਕੇਂਦਰ ਦੇ ਵਿੱਚ ਬਿਠਾਇਆ ਤੇ ਉਹ ਨਖਰੇ ਕਰਦੇ, ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਇਹ ਵੇਖੋ ਟਾਣਾ ਸਾਹਿਬ, ਮੈਂ ਹਾਲਾਂਕਿ ਕਿਸੇ ਨਾਲ ਕੋਈ ਵੱਖਵਾਦ ਨਹੀਂ ਕਰਦੀ ਪਈ, ਕੋਈ ਭੇਦਭਾਵ ਨਹੀਂ ਕਰ ਰਹੀ, ਪਰ ਵੈਸੇ ਇੱਕ ਜਿਹੜੀ ਚੀਜ਼ ਜ਼ਹਿਨ ਦੇ ਵਿੱਚ ਆਉਂਦੀ, ਕਿਉਂਕਿ ਇਹ ਕੋਈ ਪਹਿਲਾ ਅੰਦੋਲਨ ਨਹੀਂ, ਇਸ ਤੋਂ ਪਹਿਲਾਂ ਵੀ ਭਾਰਤ ਦੇ ਵਿੱਚ ਬਹੁਤ ਕੁਝ ਹੋ ਚੁੱਕਿਆ ਹੈ ਨਾ, ਪਰ ਜੋ ਕੁਝ ਇੱਥੇ ਵੇਖਣ ਨੂੰ ਮਿਲਿਆ ਨਾ, ਉਹ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖਣ ਨੂੰ ਮਿਲਿਆ। ਬਹੁਤ ਸਾਰੀਆਂ ਮਿਸਾਲਾਂ ਖੜੀਆਂ ਕਰ ਦਿੱਤੀਆਂ ਨੇ ਇਸ ਕਿਸਾਨੀ ਅੰਦੋਲਨ ਤੇ ਇੱਕ ਨਾ ਸੁਨੇਹਾ ਪਹੁੰਚਾਉਣ ਵਾਲੀ ਗੱਲ ਹੁੰਦੀ ਆ। ਦੇਖੋ ਜ਼ਰੂਰੀ ਨਹੀਂ ਕਿ ਤੁਸੀਂ ਹਰ ਥਾਂ ਦੇ ਉੱਤੇ ਡਾਂਗ ਲੈ ਕੇ ਜਾਣਾ, ਇਹ ਜ਼ਰੂਰੀ ਨਹੀਂ ਕਿ ਤੁਸੀਂ ਹਥਿਆਰ ਚੁੱਕ ਕੇ ਜਾਣਾ, ਤੁਸੀਂ ਆਪਣੀ ਏਕਤਾ ਦੇ ਨਾਲ ਬਹੁਤ ਵੱਡਾ ਸੁਨੇਹਾ ਦਿੰਨੇ ਆ ਕਿ ਅਸੀਂ ਇਉਂ ਵੀ ਇਕੱਠੇ ਹੋ ਜਾਂਦੇ ਆ, ਅਸੀਂ ਤੁਹਾਨੂੰ ਭਾਜੜ ਇਉਂ ਵੀ ਪਾ ਸਕਦੇ ਆ। ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚੋਂ 117 ਸੀਟਾਂ ਜਿੱਤਾਂਗੇ, 117 ਬੰਦੇ ਲੱਭਣਗੇ, ਇਸ ਹਿਸਾਬ ਦੇ ਨਾਲ ਇਹ ਗੱਲ ਦਾ ਸੋਚੋ, ਇਹਦੇ ਬਾਰੇ ਵਿਚਾਰੋ। ਬਿਲਕੁਲ ਸਹੀ। ਟਾਣਾ ਸਾਹਿਬ ਮਨ ਦੇ ਵਿੱਚ ਵਿਚਾਰ ਇੰਨੇ ਨੇ ਕਿ ਮੈਨੂੰ ਲੱਗਦਾ ਹੈ ਕਿ ਪ੍ਰੋਗਰਾਮ ਦਾ ਸਮਾਂ ਛੋਟਾ ਪੈ ਜਾਣਾ, ਥੋੜਾ ਪੈ ਜਾਣਾ, ਪਰ ਗੱਲਾਂ ਜਿਹੜੀਆਂ ਉਹ ਨਹੀਂ ਮੁੱਕਣੀਆਂ, ਕਿਉਂਕਿ ਜੀ ਕਰਦਾ ਹੈ ਕਿ ਆਪਣੇ ਪਰਿਵਾਰਕ ਜੀਆਂ ਨਾਲ ਹਰ ਇੱਕ ਗੱਲ ਜਿਹੜੀ ਧਿਆਨ ਦੇ ਵਿੱਚ ਆ ਰਹੀ ਹੈ ਉਹ ਜ਼ਰੂਰ ਸਾਂਝੀ ਕਰੀਏ। ਜਿਹੜੀ ਮੈਂ ਪਹਿਲਾਂ ਵੀ ਟਾਣਾ ਸਾਹਿਬ ਗੱਲ ਕਰ ਰਹੀ ਸੀ, ਵੀ ਬਹੁਤ ਸਾਰੀਆਂ ਮਿਸਾਲਾਂ ਖੜੀਆਂ ਕਰ ਦਿੱਤੀਆਂ ਨੇ ਇਸ ਕਿਸਾਨੀ ਅੰਦੋਲਨ ਨੇ, ਦਿੱਲੀ ਚੱਲੋ ਪ੍ਰੋਗਰਾਮ ਨੇ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਭਾਵੁਕ ਕਰ ਰਹੀ ਸੀ ਮਨ ਨੂੰ, ਇਹ ਸੀ ਕਿ ਤੁਸੀਂ ਵੇਖੋ ਵੀ ਉਹੀ ਲੋਕ ਜਿਹੜੇ ਕਿ ਪਾਣੀ ਦੀਆਂ ਬੁਛਾੜਾਂ ਮਾਰ ਰਹੇ ਸੀ, ਚਾਹੇ ਉਹ ਫੌਜ ਤੋਂ ਸੀ, ਚਾਹੇ ਪੁਲਿਸ ਤੋਂ ਸੀ, ਜਿਹੜੇ ਕਿਸਾਨਾਂ ਨੂੰ
ਨੂੰ ਪਿੱਛੇ ਧੱਕ ਰਹੇ ਸੀ, ਜਿਹੜਾ ਨੇ ਲਾਠੀ ਚਾਰਜ ਵੀ ਕੀਤਾ ਕਈ ਥਾਵਾਂ ਤੇ ਕਿਸਾਨਾਂ। ਦਿੱਲੀ ਜਾਂਦੇ ਕਿਸਾਨਾਂ ਦੇ ਉੱਤੇ ਬਹੁਤ ਸਾਰੀਆਂ ਥਾਵਾਂ ਤੇ ਲਾਠੀ ਚਾਰਜ ਹੋਇਆ ਜੀ, ਮਤਲਬ ਉਹਨਾਂ ਨੇ ਲਾਠੀ ਚਾਰਜ ਤੱਕ ਕੀਤਾ, ਪਰ ਕਿਸਾਨਾਂ ਦੇ ਜਿਗਰੇ ਵੇਖੋ, ਇਹਨਾਂ ਦੇ ਹੌਸਲੇ ਵੇਖੋ, ਇਹਨਾਂ ਨੂੰ ਕਿੰਨਾ ਵੱਡਾ ਦਿਲ ਦਿੱਤਾ ਪਰਮਾਤਮਾ ਨੇ। ਉਹਨਾਂ ਨੂੰ ਹੀ ਮੁੜ-ਮੁੜ ਪਾਣੀ ਵੀ ਛਕਾਉਂਦੇ ਸੀ, ਲੰਗਰ ਵੀ ਛਕਾਉਂਦੇ ਸੀ, ਜੋ ਕੁਝ ਕੋਲ ਸੀ ਉਹਨਾਂ ਨੂੰ ਵੀ ਨਾਲ ਵੰਡ ਕੇ ਛਕ ਰਹੇ ਸੀ। ਭਾਈ ਕਨਈਏ ਦੇ ਵਾਰਸ ਅਸੀਂ ਆ। ਹਾਂ, ਬੇਸ਼ੱਕ ਅਸੀਂ ਜਿੰਨੇ ਮਰਜ਼ੀ ਭੁੱਲੇ ਭਟਕੇ ਹੋਈਏ, ਪਰ ਜਦੋਂ ਅਸੀਂ ਆਪਣੇ ਰੌਂ ਦੇ ਵਿੱਚ ਆਉਨੇ ਆ ਨਾ, ਉਦੋਂ ਅਸੀਂ ਫਿਰ ਮਿਹਰਬਾਨੀ ਵੀ ਵਰਤਦੇ ਆ, ਉਦੋਂ ਅਸੀਂ ਕਦਰਦਾਨ ਵੀ ਹੁੰਨੇ ਆ, ਉਦੋਂ ਅਸੀਂ ਜਜ਼ਬੇ ਵਾਲੇ ਵੀ ਹੁੰਨੇ ਆ। ਤੇ ਮੈਂ ਖੁਦ ਉਹਨਾਂ ਤਸਵੀਰਾਂ ਨੂੰ ਦੇਖ ਕੇ, ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਹ ਸਾਡੇ ਉੱਤੇ ਠੰਡੇ ਪਾਣੀ ਦੀਆਂ ਵਿਛਾੜਾਂ ਮਾਰ ਰਹੇ ਆ, ਪਰ ਜਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਆ, ਆਪਾਂ ਬੋਤਲ ਦੇ ਨਾਲ ਉਹਨਾਂ ਨੂੰ ਪਾਣੀ ਪਿਆ ਰਹੇ ਆ। ਤੇ ਭਾਈ ਕਨਈਆ ਨੇ ਵੀ ਐਂ ਕੀਤਾ ਸੀਗਾ। ਉਹ ਸਾਡੀ ਰੋਟੀ ਖੋਣ ਦੇ ਲਈ ਖੜੇ ਆ ਸੜਕਾਂ ਦੇ ਉੱਤੇ, ਡਾਂਗਾ ਲੈ ਕੇ, ਅਥਰੂ ਗੈਸ ਦੇ ਗੋਲੇ ਲੈ ਕੇ। ਅਸੀਂ ਪੌਣੇ ਖੋਲ ਕੇ ਉਹਨਾਂ ਦੇ ਮੂਹਰੇ ਕਰ ਰਹੇ ਵੀ ਰੋਟੀ ਇਹਦੇ ਵਿੱਚੋਂ ਖਾ ਲਓ। ਇਹ ਪੰਜਾਬੀਆਂ ਦੇ ਹਿੱਸੇ ਆਇਆ। ਤੁਸੀਂ ਜ਼ਰਾ ਸੋਚ ਕੇ ਦੇਖੋ ਵੀ ਕਦੇ ਕਿਸੇ ਹੋਰ ਸੂਬੇ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆਈਆਂ ਵੀ ਭਾਈ ਬਿਹਾਰ ਦੇ ਲੋਕਾਂ ਨੇ ਇਕੱਠੇ ਹੋ ਕੇ ਤੇ ਭਾਈ ਏਦਾਂ ਦਾ ਕੋਈ ਜਲਵਾ ਪੇਸ਼ ਕੀਤਾ, ਜਾਂ ਫਲਾਣੀ ਥਾਂ ਦੇ ਸੂਬੇ ਦੇ ਲੋਕਾਂ ਨੇ ਜਲਵਾ ਏਦਾਂ ਦਾ ਪੇਸ਼ ਕੀਤਾ। ਇਹ ਸਾਨੂੰ ਗੁਰੂ ਸਾਹਿਬਾਨ ਨੇ ਸਿੱਖਿਆ ਇਹੋ ਜਿਹੀ ਦਿੱਤੀ ਆ। ਭਾਵੇਂ ਅਸੀਂ ਜੋ ਮਰਜ਼ੀ ਕਹੀ ਜਾਈਏ, ਸਾਡੇ ਉੱਤੇ ਜੋ ਮਰਜ਼ੀ ਇਲਜ਼ਾਮ ਲੱਗਣ, ਭਾਵੇਂ ਸਾਨੂੰ ਕਿਹਾ ਜਾਵੇ ਕਿ ਨਸ਼ੇੜੀ ਬਹੁਤ ਹੋ ਗਏ ਆ, ਪੰਜਾਬ ਤਾਂ ਐਂ ਹੋ ਗਿਆ, ਪਰ ਇੱਕ ਥਾਂ ਦੇ ਉੱਤੇ ਜਾ ਕੇ ਅਸੀਂ ਜਦੋਂ ਇਕੱਠੇ ਹੁੰਨੇ ਆ ਨਾ, ਉਦੋਂ ਭਾਜੜ ਇਵੇਂ ਪੈਂਦੀ ਆ। ਬਿਲਕੁਲ ਸਹੀ। ਤੇ ਉਹਨਾਂ ਕਿਸਾਨਾਂ ਨੂੰ ਵੀ ਜ਼ਰੂਰ ਸਲਾਮ ਕਰਨੀ ਬਣਦੀ ਹੈ, ਜਿਨ੍ਹਾਂ ਨੇ ਆਪਣੇ ਹੌਸਲੇ ਤੇ ਆਪਣੀ ਸਹਿਨਸ਼ੀਲਤਾ ਨਹੀਂ ਖਤਮ ਹੋਣ ਦਿੱਤੀ। ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ, ਕਿਸੇ ਨੇ ਕੋਈ ਸੋਟੀ ਵੀ ਨਹੀਂ ਮਾਰੀ, ਕਿਸੇ ਨੇ ਕਿਸੇ ਦੇ ਥੱਪੜ ਵੀ ਨਹੀਂ ਮਾਰਿਆ ਹਾਲੇ ਤੱਕ। ਇਹ ਆ ਵੀ ਉਹ ਪਾਣੀ ਦੀਆਂ ਵਿਛਾੜਾਂ ਮਾਰਦੇ, ਧੱਕਾ ਮਾਰ ਕੇ ਅੱਗੇ ਨਿਕਲਦੇ ਰਹੇ ਆ, ਪਰ ਕਦੇ ਵੀ ਕਿਸੇ ਨੇ ਹਾਲੇ ਤੱਕ ਇੱਕ ਥਾਂ ਦੇ ਉੱਤੇ ਵੀ ਡਾਂਗ ਦਾ ਜਵਾਬ ਡਾਂਗ ਨਾਲ ਨਹੀਂ ਦਿੱਤਾ। ਮੈਂ ਉਹੀ ਕਹਿਣ ਲੱਗੀ ਸੀ ਵੀ ਸਾਡਾ ਖੂਨ, ਆਪਾਂ ਪੰਜਾਬੀਆਂ, ਆਪਾਂ ਨੂੰ ਪਤਾ ਬਹੁਤ ਛੇਤੀ ਉਬਲਦਾ ਹੈ, ਅਸੀਂ ਬਹੁਤ ਜਲਦੀ ਗੁੱਸੇ ਦੇ ਵਿੱਚ ਆਉਂਦੇ, ਅਸੀਂ ਕਿਸੇ ਦੀ ਸਹਿੰਦੇ ਨਹੀਂ ਛੇਤੀ ਕਿਤੇ। ਪਰ ਜੋ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਤੁਸੀਂ ਵੇਖੋ ਕਿੰਨੀ ਸਹਿਨਸ਼ੀਲਤਾ ਵਿਖਾਈ, ਵੀ ਕਿਸੇ ਨੇ ਹੁਣ ਤੱਕ ਕੋਈ ਵੀ ਹਿੰਸਕ ਹਰਕਤ ਜਿਹੜੀ ਆ ਉਹ ਨਹੀਂ ਕੀਤੀ। ਉਹ ਚੁੱਪਚਾਪ, ਉਹਨਾਂ ਨੇ ਹਾਲਾਂਕਿ ਭੜਕਾਉਣ 'ਚ ਕੋਈ ਕਸਰ ਨਹੀਂ ਛੱਡੀ, ਜਿੰਨੀ ਵਾਹ ਲਾ ਸਕਦੇ ਸੀ ਉਹਨਾਂ ਨੇ ਉਹ ਵਾਹ ਲਾਈ ਹੈ, ਵੀ ਇਹ ਕਿਤੇ ਗੁੱਸੇ 'ਚ ਆਉਣ, ਕਿਤੇ ਹਿੰਸਕ ਹੋਣ, ਫਿਰ ਅਸੀਂ ਇਹਨਾਂ ਦੇ ਸਿਰ ਇਲਜ਼ਾਮ ਮੜੀਏ ਵੀ ਇਹ ਤਾਂ ਵੇਖੋ ਜੀ ਲੜਦੇ ਨੇ, ਇਹ ਤਾਂ ਐ ਕਰਕੇ ਆਏ, ਤਾਂ ਐ ਕਰਕੇ ਆਏ। ਇਹਨਾਂ ਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ, ਸਹਿਨਸ਼ੀਲਤਾ ਦੇ ਨਾਲ ਚੁੱਪਚਾਪ ਅੱਗੇ ਵੱਧ ਰਹੇ ਨੇ। ਸੋ ਇਹਦੇ ਲਈ ਇਹਨਾਂ ਨੂੰ ਲੱਖ ਵਾਰ ਸਲਾਮ ਹੈ। ਉਹ ਚਾਹੁੰਦੇ ਸੀਗੇ ਵੀ ਇਹ ਭਿੜ ਪੈਣ, ਉਹ ਚਾਹੁੰਦੇ ਸੀ ਕਿ ਹਮਲਾ ਕਰਨ। ਬਾਅਦ ਦੇ ਵਿੱਚ ਅਸੀਂ ਇਹ ਗੱਲ ਕਹੀ ਜੀ ਕਿ ਇਹ ਤਾਂ ਹਿੰਸਕ ਵਰਤਾਰੇ ਲਈ ਆਏ ਸੀ, ਇਹ ਤਾਂ ਜੀ ਘਰੋਂ ਹਥਿਆਰ ਲੈ ਕੇ ਚੱਲੇ ਸੀ, ਇਹ ਤਾਂ ਹੈਗੀ ਗਲਤ ਅਨਸਰ ਸੀ, ਭੀੜ ਦੇ ਵਿੱਚ ਗਲਤ ਲੋਕ ਵਾਰ ਦਿੱਤੇ ਗਏ ਸੀ। ਪਰ ਇਹਨਾਂ ਮਨਸੂਬਿਆਂ ਨੂੰ, ਕੇਂਦਰ ਦੇ ਇਹਨਾਂ ਮਨਸੂਬਿਆਂ ਨੂੰ ਕਿਸਾਨਾਂ ਨੇ ਕਾਮਯਾਬ ਨਹੀਂ ਹੋਣ ਦਿੱਤਾ। ਸੋ ਮੈਨੂੰ ਆਸ ਹੈ ਇਸ ਗੱਲ ਦੀ ਕਿ ਨਤੀਜੇ ਸ਼ਾਇਦ ਚੰਗੇ ਨਿਕਲਣਗੇ। ਜਦ ਤੱਕ ਸਾਥ ਤੇ ਤਦ ਤੱਕ ਆਸ। ਸਿਆਣੇ ਇਹ ਗੱਲ ਕਹਿੰਦੇ ਆ, ਕੁਝ ਨਾ ਕੁਝ ਹੋਊਗਾ। ਬਿਲਕੁਲ ਹੋਣਾ ਵੀ ਚਾਹੀਦਾ। ਜੱਜ ਦਾ ਵਿਚਾਰ। ਟਾਣਾ ਸਾਹਿਬ, ਪਲ ਤੇ ਮਿੰਟ ਤੇ ਗੱਲ ਜਿਹੜੀ ਆ ਉਹ ਬਦਲ ਰਹੀ ਹੈ, ਖਬਰਾਂ ਬਦਲ ਰਹੀਆਂ ਨੇ, ਸਮਝ ਨਹੀਂ ਆਉਂਦੀ ਵੀ ਕਿਹੜੀ ਗੱਲ ਨੂੰ ਕਿਵੇਂ ਪੇਸ਼ ਕੀਤਾ ਜਾਏ, ਹਨਾ। ਹੁਣ ਵੀ ਜਦ ਤੱਕ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਉਸ ਵੇਲੇ ਤੱਕ ਜਿਹੜੀਆਂ ਖਬਰਾਂ ਕੁਝ ਹੋਰ ਨੇ, ਪਰ ਮੈਨੂੰ ਲੱਗਦਾ ਜਦ ਤੱਕ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਣਾ ਪ੍ਰੋਗਰਾਮ ਪਹੁੰਚਣਾ ਹੈ, ਉਦੋਂ ਤੱਕ ਸ਼ਾਇਦ ਕੁਝ ਬਦਲਾਅ। ਦੇਖੋ ਜੀ, ਕੁੰਡਲੀ ਬਾਰਡਰ ਤੋਂ ਖਬਰਾਂ ਆ ਰਹੀਆਂ ਹੁਣ, ਉਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਉੱਥੇ ਬੜੇ ਵੱਡੇ ਪੱਧਰ ਦੇ ਉੱਤੇ ਆਮੋ ਸਾਹਮਣੇ ਮੁਕਾਬਲਾ ਚੱਲ ਰਿਹਾ। ਪੁਲਿਸ ਨੇ ਲਾਠੀ ਚਾਰਜ ਕਰਨਾ ਸ਼ੁਰੂ ਕੀਤਾ ਕੁਝ ਘੰਟੇ ਪਹਿਲਾਂ ਤੋਂ, ਤੇ ਕਿਸਾਨ ਆ ਜਿਹੜੇ ਉਹ ਵੀ ਉਹਨਾਂ ਦਾ ਮੁਕਾਬਲਾ ਡਟ ਕੇ ਕਰ ਰਹੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਮਾਹੌਲ ਵਿਗੜ ਰਿਹਾ, ਤੇ ਜਦੋਂ ਤੱਕ ਇਹ ਪ੍ਰੋਗਰਾਮ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਣਾ, ਉਦੋਂ ਤੱਕ ਮਾਹੌਲ ਠੰਡਾ ਪੈ ਜਾਣਾ ਜਾਂ ਮਾਹੌਲ ਹੋਰ ਤੱਤਾ ਹੋ ਜਾਣਾ, ਇਹਦੇ ਬਾਬਤ ਤਾਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਸਕਿੰਟ ਦੇ ਉੱਤੇ ਕੋਈ ਨਾ ਕੋਈ ਨਵੀਂ ਜਾਣਕਾਰੀ ਆ ਰਹੀ ਆ। ਪਰ ਮੈਨੂੰ ਦੁੱਖ ਨਿੱਜੀ ਤੌਰ ਦੇ ਉੱਤੇ ਇੱਥੇ ਬੈਠ ਕੇ ਵੀ ਹੋ ਰਿਹਾ ਕਿ ਕਿਸਾਨ ਭਾਈਚਾਰੇ ਦਾ ਕਸੂਰ ਕੀ ਆ। ਉਹ ਕਹਿੰਦੇ ਵੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰਨ ਲਈ ਕਾਨੂੰਨ ਲਿਆਂਦੇ ਆ, ਅਸੀਂ ਕਹਿੰਦੇ ਵੀ ਸਾਨੂੰ ਤੁਹਾਡੇ ਵੱਲੋਂ ਲਿਆਂਦੇ ਗਏ ਇਹ ਕਾਨੂੰਨ ਮਨਜ਼ੂਰ ਨਹੀਂ, ਅਸੀਂ ਨਹੀਂ ਏਦਾਂ ਦੁੱਗਣੀ ਕਰਨੀ ਰਕਮ, ਤੁਸੀਂ ਭਾਵੇਂ 50 ਗੁਣਾ ਵੀ ਕਰਨੀ ਚਾਹੋ, ਅਸੀਂ ਏਦਾਂ ਨਹੀਂ ਕਰਨੀ। ਤਾਂ ਫਿਰ ਰੌਲਾ ਕਿਹੜੀ ਗੱਲ ਦਾ? ਜਦੋਂ ਕਿਸਾਨ ਕਹਿੰਦੇ ਸਾਨੂੰ ਇਹ ਨਹੀਂ ਚਾਹੀਦਾ, ਤੁਸੀਂ ਧੱਕੇ ਨਾਲ ਕਿਹੜੀ ਗੱਲੋਂ ਮੜਦੇ ਹੋ? ਜਿਹੜੀਆਂ ਗੱਲਾਂ ਤੁਸੀਂ 14 ਦੇ ਮੈਨੀਫੈਸਟੋ ਦੇ ਵਿੱਚ ਕਹੀਆਂ ਸੀ ਕਿ ਉਹ ਸਾਰੀਆਂ ਦੀਆਂ ਸਾਰੀਆਂ ਪੂਰੀਆਂ ਹੋ ਗਈਆਂ। ਜਿਹੜੀਆਂ ਗੱਲਾਂ 2019 ਦੇ ਮੈਨੀਫੈਸਟੋ ਵਿੱਚ ਕੀਤੀਆਂ ਕਿ ਉਹ ਸਾਰੀਆਂ ਪੂਰੀਆਂ ਹੋ ਗਈਆਂ। ਜਿਹੜੀਆਂ ਕਹੀਆਂ ਉਹਦੇ ਵੱਲ ਖਿਆਲ ਨਹੀਂ, ਜਿਹੜੀਆਂ ਨਹੀਂ ਕਹੀਆਂ ਉਹ ਆਪਾਂ ਕਰਨ ਲੱਗੇ, ਪੰਗਾ ਤਾਂ ਆਪਾਂ ਆਪ ਲੈਨੇ ਆ ਜੀ। ਔਰ ਤੁਸੀਂ ਇਹ ਵੇਖੋ ਟਾਣਾ ਸਾਹਿਬ, ਤੁਹਾਨੂੰ ਯਾਦ ਹੈ ਆਪਾਂ ਬਹੁਤ ਸਾਰੀਆਂ ਖਬਰਾਂ ਇਸ ਮੰਚ ਦੇ ਉੱਪਰ ਹੀ ਬੈਠ ਕੇ ਸਾਂਝੀਆਂ ਕੀਤੀਆਂ ਸੀ ਕਿ ਜਿਹੜੇ ਬੂਬਣੇ ਨੇ ਅੱਜ ਕੱਲ ਪੰਜਾਬ ਦੇ ਵਿੱਚ, ਉਹਨਾਂ ਦਾ ਬੜਾ ਬੋਲਬਾਲਾ, ਉਹ ਵੀ ਕਹਿੰਦੇ ਨੇ ਵੀ ਤੁਸੀਂ ਇੰਨਾ ਸੋਨਾ ਦਿਓ ਤੇ ਇਹਨੂੰ ਦੁੱਗਣਾ ਕਰ ਦਿਆਂਗੇ, ਤੁਸੀਂ ਇੰਨੇ ਪੈਸੇ ਦਿਓ ਤੇ ਇਹਨੂੰ ਦੁੱਗਣਾ ਕਰ ਦਿਆਂਗੇ। ਇਹ ਸਭ ਕੁਝ ਵੀ ਨਾ ਮੈਨੂੰ ਉਦਾਂ ਹੀ ਲੱਗਣ ਲੱਗ ਗਿਆ ਵੀ ਉਹ ਠੱਗ ਬਾਬੇ ਜੇ ਜਿਵੇਂ ਦੇ ਹੁੰਦੇ ਆ, ਵੀ ਸ਼ਾਇਦ ਸਾਡੀਆਂ ਸਰਕਾਰਾਂ ਨੇ ਸੋਚ ਲਿਆ ਵੀ ਜੇ ਖਬਰਾਂ ਇਦਾਂ ਦੀਆਂ ਆਉਣ ਲੱਗੀਆਂ ਤਾਂ ਸ਼ਾਇਦ ਲੋਕਾਂ ਨੂੰ ਐ ਮੂਰਖ ਅਸੀਂ ਬਣਾ ਲਾਂਗੇ ਵੀ ਆਓ ਤੁਹਾਡੀ ਆਮਦਨ ਦੁੱਗਣੀ ਕਰਦੇ ਆ, ਤੇ ਬਾਅਦ ਵਿੱਚ ਨਿਕਲਣਾ ਵਿੱਚੋਂ ਰੋੜ ਹੀ ਆ, ਨਿਕਲਣੇ ਵਿੱਚੋਂ ਪੱਥਰ ਹੀ ਆ, ਹਨਾ। ਬਾਅਦ ਦੇ ਵਿੱਚ ਗੱਲ ਕੀ ਦੀ ਕੀ ਬਣ ਜਾਣੀ ਹੈ। ਜਿਹੜੇ ਚਿੱਟ ਕਪੜੀਏ ਘਰਾਂ ਦੇ ਵਿੱਚ ਜਾ ਕੇ ਕਹਿੰਦੇ ਵੀ ਸਾਨੂੰ ਸੇਵਾ ਦਿਓ, ਸਾਨੂੰ ਕਣਕ ਦੀ ਬੋਰੀ ਦਿਓ, ਸਾਨੂੰ ਆਟੇ ਦੀ ਬੋਰੀ ਦਿਓ, ਅੱਜ ਉਹ ਕਿੱਥੇ ਆ? ਅੱਜ ਉਹ ਕਿਉਂ ਨਹੀਂ ਨਾਲ ਖੜਦੇ? ਮੁਫਤ ਦੇ ਵਿੱਚ ਪਲਦੇ ਆ,
ਲੋਕਾਂ ਦੇ ਅਨਾਜ ਦੇ ਉੱਤੇ ਪਲਦੇ ਆ ਤੇ ਲੋਕਾਂ ਦੇ ਨਾਲ ਨਹੀਂ ਖੜਦੇ, ਤੇ ਇਹਨਾਂ ਦੀ ਵੀ ਪਛਾਣ ਕਰਨ ਦੀ ਜ਼ਰੂਰਤ ਹੈ। ਔਰ ਇਹ ਕਿਸੇ ਇੱਕ ਧਰਮ ਵਿਸ਼ੇਸ਼ ਦੀ ਗੱਲ ਨਹੀਂ, ਇਹ ਗੱਲ ਹਰ ਇੱਕ ਦੇ ਉੱਪਰ ਟੁੱਕਦੀ ਹੈ। ਔਰ ਦੂਸਰੀ ਗੱਲ ਇਹ ਹੈ ਟੈਣਾ ਸਾਹਿਬ, ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਤਾਂ ਸਿੱਖ ਆਪਣੀ ਕੋਈ ਮੰਗ ਰੱਖਦਾ ਹੈ, ਜਾਂ ਜਦੋਂ ਕਹ ਲਓ ਪੰਜਾਬ ਦੇ ਵਿੱਚੋਂ ਕੋਈ ਵੀ ਇਨਸਾਨ ਆਪਣੀ ਮੰਗ ਰੱਖਦਾ ਹੈ, ਉਦੋਂ ਤਾਂ ਇਹਨਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਇਹ ਇੱਕ ਵਿਸ਼ੇਸ਼ ਸੰਸਥਾ ਨਾਲ ਜੁੜੇ ਹੋਏ ਨੇ, ਇਹ ਤਾਂ ਭਾਈ ਉਹਨਾਂ ਦੇ ਪ੍ਰਭਾਵ ਹੇਠ ਆ ਗਏ। ਤੇ ਜਦੋਂ ਕੋਈ ਹੋਰ ਆਪਣੀ ਮੰਗ ਰੱਖਦਾ ਹੈ, ਕਿਸੇ ਹੋਰ ਸੂਬੇ ਚੋਂ ਰੱਖਦਾ ਹੈ, ਉਦੋਂ ਕੀ ਗੱਲ, ਉਹ ਕਿਹਦੇ ਪ੍ਰਭਾਵ ਹੇਠ ਹੁੰਦੇ ਨੇ? ਮੈਂ ਨਾ ਇੱਕ ਨੇਤਾ ਦੇ ਬਿਆਨ ਦੇ ਉੱਤੇ ਬੜਾ ਹੈਰਾਨ ਹੋਇਆ, ਕਹਿੰਦਾ ਜੀ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਹੋ ਰਹੀ ਹੈ ਕਿਸਾਨਾਂ ਨੂੰ, ਤੇ ਮੈਂ ਕਿਹਾ ਜੀ ਵਿਦੇਸ਼ ਦੇ ਵਿੱਚੋਂ ਪੈਸੇ ਲੈਣਾ ਗੁਨਾਹ ਜੀ? ਜਦੋਂ ਤੁਸੀਂ ਵੋਟਾਂ ਦੇ ਮੌਕੇ ਵਿਦੇਸ਼ ਦੇ ਵਿੱਚ ਜਾ ਕੇ ਲਾਂਗੜ ਚੱਕ ਕੇ ਤੁਰ ਪੈਂਦੇ ਆ, ਉਦੋਂ ਕਹਿੰਦੇ ਜੀ ਸਾਨੂੰ ਵੋਟਾਂ ਪਾਓ, ਸਾਨੂੰ ਪੈਸੇ ਵੀ ਦਿਓ, ਸਾਡੀ ਮਦਦ ਕਰੋ ਆਰਥਿਕ ਤੌਰ ਦੇ ਉੱਤੇ, ਉਹ ਨਹੀਂ ਮਾੜੀ ਗੱਲ ਹੁੰਦੀ। ਤੇ ਜੇਕਰ ਇੱਥੇ ਕਿਸੇ ਸੰਘਰਸ਼ੀਲ ਨੂੰ ਕੋਈ ਬੰਦਾ 4 ਪੈਸੇ ਭੇਜ ਦੇਵੇ, ਕੋਈ ਆਪਦੇ ਭੈਣ ਭਾਈ ਨੂੰ ਭੇਜ ਦੇਵੇ, ਲੰਗਰ ਪਾਣੀ ਲਈ ਭੇਜ ਦੇਵੇ, ਬਿਮਾਰੀ ਸ਼ਮਾਰੀ ਦੇ ਲਈ ਭੇਜ ਦੇਵੇ, ਉਹ ਵਿਦੇਸ਼ੀ ਫੰਡਿੰਗ ਆ, ਉਹ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਆ। ਤੁਹਾਡੀ ਨਿਗਾਹ ਹੀ ਗਲਤ ਆ, ਤੁਹਾਡੀ ਸੋਚ ਹੀ ਮਾੜੀ ਆ ਜੀ। ਨਾਲੇ ਮਾਫ ਕਰਨਾ ਟੈਣਾ ਸਾਹਿਬ, ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ, ਉਹ ਕੋਈ ਅੱਤਵਾਦੀ ਨਹੀਂ ਹੈਗੇ ਜਿਨ੍ਹਾਂ ਨੂੰ ਤੁਸੀਂ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਹੋ, ਇੰਨੀ ਤਿਆਰੀ ਕੀਤੀ ਹੋਈ ਹੈ। ਪੰਜਾਬ ਦੇ ਲੋਕ ਆ, ਇਹ ਚੀਨ ਦੇ ਨਹੀਂ ਆ ਰਹੇ ਫੌਜੀ ਜੀ। ਤੁਸੀਂ ਤਾਂ ਇਸ ਤਰੀਕੇ ਨਾਲ ਵਿਹਾਰ ਕਰ ਰਹੇ ਹੋ ਵੀ ਜਿਵੇਂ ਚੀਨ ਦੇ ਫੌਜੀਆਂ ਨੇ ਦਿੱਲੀ ਤੇ ਹਮਲਾ ਕੀਤਾ ਹੁੰਦਾ ਨਾ, ਤੁਸੀਂ ਵਿਹਾਰ ਇਸ ਤਰੀਕੇ ਨਾਲ ਕਰ ਰਹੇ ਹੋ। ਜੇ ਤੁਸੀਂ ਇਹ ਵਿਹਾਰ ਉਦੋਂ ਕਰਦੇ ਜਦੋਂ ਵਾਕਈ ਦਿੱਲੀ ਦੇ ਉੱਪਰ ਹਮਲਾ ਹੋਇਆ ਸੀ, ਜਦੋਂ ਵਾਕਈ ਹੋਟਲ ਤਾਜ ਦੇ ਉੱਪਰ ਹਮਲਾ ਹੋਇਆ ਸੀ, ਜਦੋਂ ਮੁਸਤੈਦੀ ਇੰਨੀ ਵਰਤ ਲੈਂਦੇ ਆ, ਜਦੋਂ ਵੀ ਸਾਡੀਆਂ ਸਰਹੱਦਾਂ ਦੇ ਉੱਪਰ ਜੋ ਕੁਝ ਵਾਪਰਦਾ ਹੈ, ਜਦੋਂ ਤੁਸੀਂ ਮੁਸਤੈਦੀ ਦੇ ਨਾਲ ਫੈਸਲੇ ਲੈ ਲਓ, ਤਾਂ ਸ਼ਾਇਦ ਜਿਹੜੇ ਸਾਡੇ ਵੀਰ ਭਰਾ ਸ਼ਹਾਦਤ ਦਾ ਜਾਮ ਪੀ ਜਾਂਦੇ ਉਹ ਵੀ ਬਚ ਸਕਣ। ਉਦੋਂ ਤੁਹਾਡੇ ਦਿਮਾਗ ਪਤਾ ਨਹੀਂ ਕਿੱਥੇ ਹੁੰਦੇ। ਕਿਸਾਨਾਂ ਨੂੰ ਰੋਕਣ ਦੇ ਲਈ ਤੁਹਾਨੂੰ ਸੜਕਾਂ ਵੀ ਪੁੱਟਣੀਆਂ ਆ ਗਈਆਂ, ਤੁਹਾਨੂੰ ਬੈਰੀਕੇਡ ਲਾਉਣੇ ਵੀ ਆ ਗਏ, ਤੁਹਾਨੂੰ ਵੱਡੇ ਵੱਡੇ ਪੱਥਰ ਰੱਖਣੇ ਵੀ ਆ ਗਏ, ਤੇ ਕਿਵੇਂ ਪੱਥਰਬਾਜ਼ੀ ਕਰੀਦੀ, ਕਿਵੇਂ ਲਾਠੀ ਚਾਰਜ ਕਰੀਦਾ, ਇਹ ਵੀ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ। ਅਸਲ ਦੇ ਵਿੱਚ ਨਾ ਇਹ ਮਿੱਟੀ ਨਹੀਂ ਪੁੱਟੀ ਇਹਨਾਂ ਨੇ ਆਪਦੀ ਮਿੱਟੀ ਪੱਟੀ ਆ। ਬਿਲਕੁਲ। ਲੋਕ ਦੁਨੀਆ ਭਰ ਦੇ ਵਿੱਚ ਜਿਹੜੇ ਜਿਉਂਦੇ ਜਾਗਦੀ ਸੋਚ ਵਾਲੇ ਆ, ਉਹਨਾਂ ਨੂੰ ਸਾਰਾ ਪਤਾ ਵੀ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ। ਮੈਂ ਤੁਹਾਨੂੰ ਦੱਸਦਾ, ਮੈਨੂੰ ਨਾ ਕੱਲ ਇੱਕ ਨਿੱਜੀ ਤੌਰ ਦੇ ਉੱਤੇ ਕਿਸੇ ਸੱਜਣ ਨੇ ਸੁਨੇਹਾ ਭੇਜਿਆ, ਮੈਂ ਇਹਨੂੰ ਹਾਲੇ ਵੀ ਸੱਜਣ ਹੀ ਕਹਿਣਾ ਤੇ ਕਹਿਣਾ ਵੀ ਚਾਹੀਦਾ। ਕਹਿੰਦਾ ਵੀ ਕਿਹੜਾ ਅੰਨਦਾਤਾ, ਇਹ ਕੋਈ ਅੰਨਦਾਤਾ ਨਹੀਂ। ਕਹਿੰਦਾ ਜੀ ਜੇਕਰ ਤੁਸੀਂ ਏਦਾਂ ਕਣਕ ਝੋਨਾ ਮੱਕੀ ਪੈਦਾ ਕਰਨ ਵਾਲੇ ਨੂੰ ਅੰਨ ਦਾ ਦਾਤਾ ਕਹਿੰਦੇ ਹੋ, ਤਾਂ ਫਿਰ ਜਿਹੜਾ ਮੂੰਗਫਲੀ ਵੇਚਦਾ ਉਹਨੂੰ ਮੂੰਗਫਲੀ ਦਾਤਾ ਕਹੋਗੇ, ਫਿਰ ਸਰਫ ਬਣਾਉਣ ਵਾਲੇ ਨੂੰ ਸਰਫ ਦਾਤਾ ਕਹੋਗੇ। ਮਤਲਬ ਉਹਦਾ ਕਹਿਣ ਦਾ ਇਹ ਸੀ ਕਿ ਤੁਸੀਂ ਐਵੇਂ ਵਡਿਆਉਨੇ ਹੋ। ਮੈਂ ਉਹਨੂੰ ਇੱਕੋ ਉੱਤਰ ਦਿੱਤਾ, ਇਹ ਉਹ ਕਿਸਾਨ ਆ ਜਿਹੜਾ 6 ਮਹੀਨੇ ਬਾਅਦ ਨਤੀਜੇ ਦੀ ਆਸ ਰੱਖਦਾ। ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਆਖਰੀ ਦਿਨ ਤੱਕ ਮੇਰੇ ਟੱਬਰ ਦਾ ਢਿੱਡ ਭਰਨਾ ਕਿ ਨਹੀਂ, ਮੈਨੂੰ ਮਿਲਣਾ ਇਹਦਾ ਕੀ ਆ, ਮੇਰੀ ਫਸਲ ਵਿਕਣੀ ਕਿ ਨਹੀਂ ਵਿਕਣੀ। ਉਹ ਇੱਕ ਆਸ ਦੇ ਵਿੱਚ ਹੀ ਸਾਰੇ ਦੇਸ਼ ਦਾ ਢਿੱਡ ਭਰੀ ਜਾਂਦਾ। ਇਸ ਕਰਕੇ ਅਸੀਂ ਇਹਨੂੰ ਅੰਨਦਾਤਾ ਕਹਿੰਦੇ ਆ। ਜਿਹੜੇ ਬਾਕੀ ਕਾਰੋਬਾਰਾਂ ਵਾਲੇ ਲੋਕ ਆ, ਜੇਕਰ ਕੋਈ 100 ਰੁਪਈਆ ਖਰਚਦਾ, ਉਹਦੀ ਇੱਛਾ ਹੁੰਦੀ ਹੈ 150 ਬਣ ਜੇ, 150 ਨਾ ਬਣੇ 125 ਤਾਂ ਬਣ ਜੇ, 125 ਨਾ ਬਣੇ 110 ਤਾਂ ਬਣ, 110 ਵੀ ਨਾ ਬਣ 105 ਤਾਂ ਬਣ। ਉਹ ਨਹੀਂ ਚਾਹੁੰਦਾ ਵੀ 100 ਦੇ ਵਿੱਚੋਂ ਮੇਰੇ 95 ਰਹਿ ਜਾਣ, ਘੱਟੋ ਘੱਟ 100 ਦਾ 100 ਤਾਂ ਮੁੜ ਕੇ ਆਵੇ। ਪਰ ਇਹ ਕਿਸਾਨ ਹੀ ਆ, ਇਹ ਅੰਨਦਾਤਾ ਹੀ ਆ ਜਿਹੜਾ ਪੈਸੇ ਖਰਚਦਾ ਕੋਲੋਂ ਤੇ 6 ਮਹੀਨੇ ਦੀ ਉਡੀਕ ਕਰਦਾ ਤੇ ਬਾਅਦ ਦੇ ਵਿੱਚ ਡਾਂਗਾ ਖਾਂਦਾ, ਬਾਅਦ ਦੇ ਵਿੱਚ ਨਖਰੇ ਕੀਤੇ ਜਾਂਦੇ ਆ। ਇਸ ਕਰਕੇ ਇਹਨੂੰ ਅੰਨਦਾਤਾ ਕਹਿੰਦੇ ਆ। ਇਹ ਕਿਉਂਕਿ ਉਪਜ ਨੂੰ ਪੈਦਾ ਕਰਦਾ, ਕਿਉਂਕਿ ਇਹ ਧਰਤੀ ਦੀ ਹਿੱਕ ਨੂੰ ਚੀਰ ਕੇ ਉਹਦੇ ਵਿੱਚ ਬੀਜ ਸੁੱਟ ਕੇ ਉਹਨੂੰ ਪੈਦਾ ਕਰਕੇ ਬਾਅਦ ਦੇ ਵਿੱਚ ਵੱਢ ਕੇ ਤੁਹਾਡੇ ਤੱਕ ਪਹੁੰਚਾਉਂਦਾ। ਤੇ ਤੁਸੀਂ ਫੇਰ ਵੀ ਜੇਕਰ ਨਾ ਸ਼ੁਕਰੇ ਆ, ਜੇਕਰ ਤੁਸੀਂ ਬੇਗੁਰੇ ਆ, ਤਾਂ ਤੁਹਾਡਾ ਹੱਲ ਕੋਈ ਨਹੀਂਗਾ। ਨਹੀਂ, ਜੇ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਟੈਣਾ ਸਾਹਿਬ ਵੀ ਜੇਕਰ ਅੰਨਦਾਤਾ ਨਹੀਂ ਕਹਿਣਾ ਤੇ ਕੀ ਗੱਲ, ਮਤਲਬ ਤੁਸੀਂ ਸਰਫ ਨਾਲ ਤੁਲਨਾ ਕਰਦੇ ਹੋ, ਮੂੰਗਫਲੀ ਨਾਲ ਤੁਲਨਾ ਕਰਦੇ ਹੋ। ਤੁਸੀਂ ਸਰਫ ਖਾ ਕੇ ਆਪਣਾ ਢਿੱਡ ਭਰ ਸਕਦੇ ਹੋ, ਮੂੰਗਫਲੀ ਖਾ ਖਾ ਕੇ ਆਪਣਾ ਢਿੱਡ ਭਰ ਸਕਦੇ ਹੋ। ਅੰਤ ਨੂੰ ਚਾਹੀਦੀ ਰੋਟੀ ਹੀ ਹੈ, ਤੇ ਰੋਟੀ ਪੈਦਾ ਕੌਣ ਕਰਦਾ ਹੈ? ਕਿਸਾਨ ਪੈਦਾ ਕਰਦਾ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ, ਜਿਹੜੇ ਲੀਡਰ ਸਾਡੇ ਲਈ ਕੱਖ ਨਹੀਂ ਕਰਦੇ, ਉਹਨਾਂ ਨੂੰ ਅਸੀਂ ਆਪਣਾ ਦਾਤਾ ਬਣਾ ਲਿਆ, ਉਹਨਾਂ ਦੇ ਪੈਰੀਂ ਹੱਥ ਲਾਉਨੇ ਆ। ਉਹਨਾਂ ਨੇ ਸਾਡੇ ਲਈ ਕੀ ਕੀਤਾ ਸੀ? ਜਿਹੜਾ ਕਿਸਾਨ ਦਿਨ ਰਾਤ ਇੱਕ ਕਰਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲ ਕੇ, ਹਨਾ, ਤੇ ਫਿਰ ਲੈ ਕੇ ਆਉਂਦਾ ਮੰਡੀ 'ਚ, ਤੇ ਪਤਾ ਨਹੀਂ ਉਹਦਾ ਬਣਨਾ ਕੀ ਹੈ, ਵਿਕਣੀ ਹੈ ਜਾਂ ਨਹੀਂ ਵਿਕਣੀ, ਉਹਨੂੰ ਤੁਸੀਂ ਕਹਿੰਦੇ ਵੀ ਅੰਨਦਾਤਾ ਨਾ ਕਹੋ ਜੀ। ਜੱਜ ਦਾ ਵਿਚਾਰ। ਟੈਣਾ ਸਾਹਿਬ, ਦੂਸਰੇ ਬੰਨੇ ਕਹਿੰਦੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਚੁਣ ਲਿਆ ਗਿਆ। ਪ੍ਰਧਾਨ ਚੁਣ ਲਈ ਗਈ ਹੈ, ਚੁਣ ਲਿਆ ਗਿਆ ਨਹੀਂ ਜੀ। ਲੱਗਦਾ ਇਹ ਸੀ ਵੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਮੌਕਾ ਮਿਲ ਜਾਣਾ, ਪਰ ਬੀਬੀ ਜਗੀਰ ਕੌਰ ਨੂੰ ਮੌਕਾ ਮਿਲ ਗਿਆ ਜੀ। ਹਾਂਜੀ, ਤੇ ਕੀ ਹੋ ਗਿਆ? ਮਤਲਬ ਤੁਸੀਂ ਕਿਉਂ ਹੱਸ ਰਹੇ ਹੋ? ਮੈਂ ਕਿਉਂ ਹੱਸ ਰਿਹਾ ਜੀ? ਮੈਂ ਤਾਂ ਵੈਸੇ ਕਹਿੰਦਾ ਵੀ ਇੱਕ ਮੌਕਾ ਮਿਲ ਗਿਆ, ਬੜਾ ਮਹੱਤਵਪੂਰਨ ਮੌਕਾ ਮਿਲਿਆ। ਇਸ ਮੋੜ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਆ, ਕਿਉਂਕਿ ਇਸ ਵਕਤ 328 ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਜਿਹੜੇ ਗਾਇਬ ਹੋਏ ਆ, ਉਹਨਾਂ ਦਾ ਮਾਮਲਾ ਵੀ ਵਿਚਾਰਨਾ ਬਣਦਾ। ਬਹੁਤ ਸਾਰੇ ਲੋਕ ਅਸੰਤੁਸ਼ਟ ਆ ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਤੋਂ। ਬੀਬੀ ਜਗੀਰ ਕੌਰ ਕਿਵੇਂ ਜੇ ਠੀਕ ਕਰਨਗੇ, ਸੂਤ ਕਰਨਗੇ, ਮਸਲਾ ਵਕਤ ਦੱਸੂਗਾ। ਪਰ ਹੈਰਾਨੀ ਬੜੀ ਹੋਈ ਹੈ, ਹਰ ਪਾਸੇ ਲੱਗੇ ਰਿਹਾ ਸੀ ਕਿ ਦੁਬਾਰਾ ਤੋਂ ਸ਼ਾਇਦ ਲੌਂਗੋਵਾਲ ਸਾਹਿਬ ਦੇ ਉੱਪਰ ਗੁਣਾ ਪੈ ਜਾਵੇ, ਦੁਬਾਰਾ ਤੋਂ ਉਹੀ ਪ੍ਰਧਾਨ ਬਣਨਗੇ। ਇੱਕਦਮ ਇਸ ਖਬਰ ਨੇ ਅਚੰਭਤ ਕਰ ਦਿੱਤਾ। ਮੈਂ ਨਾ ਕੱਲ ਵੀ ਇਹ ਗੱਲ ਸੋਚਦਾ ਸੀ
ਚੱਜ ਦੇ ਵਿਚਾਰ 'ਚ ਵੀ ਇਹ ਗੱਲ ਕੀਤੀ ਵੀ ਵੈਸੇ ਤਾਂ ਆਸ ਇਸੇ ਗੱਲ ਦੀ ਹੈ ਵੀ ਲੌਂਗੋਵਾਲ ਹੋਰਾਂ ਨੇ ਫਿਰ ਪ੍ਰਧਾਨ ਬਣ ਜਾਣਾ ਜੀ, ਪਰ ਬਿਲਕੁਲ ਅਖੀਰਲੇ ਮੌਕੇ ਦੇ ਉੱਤੇ ਰਾਜਨੀਤੀ ਦੇ ਵਿੱਚ ਕੁਝ ਵੀ ਹੋ ਸਕਦਾ। ਹੁਣ ਤੁਸੀਂ ਕਹੋਗੇ ਵੀ ਇਹਦੇ 'ਚ ਰਾਜਨੀਤੀ ਕਿੱਥੇ, ਇਹਦੇ ਵਿੱਚ ਹੀ ਤਾਂ ਹੈ। ਇਹ ਬੜੀਆਂ ਡੂੰਘੀਆਂ ਗੱਲਾਂ ਨੇ, ਪਰ ਚਲੋ ਖੈਰ ਜੋ ਵੀ ਹੈ, ਅਹੁਦਾ ਬਹੁਤ ਮਹੱਤਵਪੂਰਨ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ। ਚਾਹੇ ਇਹਨਾਂ ਤੋਂ ਇਲਾਵਾ ਕੋਈ ਵੀ ਚੁਣਿਆ ਜਾਂਦਾ ਉਹਦੇ ਲਈ ਵੀ ਗੱਲਾਂ ਆਹੀ ਹੋਣੀਆਂ ਸੀ, ਤੇ ਜੇ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੂੰ ਚੁਣਿਆ ਗਿਆ ਤਾਂ ਉਹਨਾਂ ਲਈ ਵੀ ਗੱਲਾਂ ਆਹੀ ਨੇ ਵੀ ਇਹਦੀ ਮਰਿਆਦਾ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜਿਸ ਚੀਜ਼ ਦੀ ਇਸ ਵੇਲੇ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਲੋੜ ਹੈ, ਚਾਹੇ ਉਹ ਪ੍ਰਚਾਰ ਪੱਖੋਂ ਹੋਏ, ਪਸਾਰ ਪੱਖੋਂ ਹੋਏ, ਉਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ ਹੈ। ਜਿਹੜੇ ਕੰਮ ਪਿਛਲੇ ਪ੍ਰਧਾਨ ਸਾਹਿਬ ਨਹੀਂ ਕਰ ਸਕੇ, ਉਹਨਾਂ ਕੰਮਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪੂਰਾ ਕਰਨ ਦੀ। ਦੇਖੋ ਪਿਛਲੇ ਦਿਨੀ ਅਸੀਂ ਸ਼੍ਰੋਮਣੀ ਕਮੇਟੀ ਦਾ 100 ਸਾਲਾ ਦਿਵਸ ਮਨਾਇਆ, ਸਥਾਪਨਾ ਦਿਵਸ ਮਨਾਇਆ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਹੋਈ ਆ 1920 ਦੇ ਵਿੱਚ, ਹੁਣ ਚੱਲਦਾ 2020। ਇਸ 100 ਸਾਲ ਦੇ ਵਿੱਚ ਅਸੀਂ ਬਹੁਤ ਕੁਝ ਬਦਲਦਾ ਵੇਖਿਆ। ਕਦੇ ਸੁੰਦਰ ਸਿੰਘ ਮਜੀਠੀਆ ਵਰਗੇ ਪ੍ਰਧਾਨ ਹੁੰਦੇ ਸੀ, ਕਦੇ ਪੰਥ ਰਤਨ ਮਾਸਟਰ ਤਾਰਾ ਸਿੰਘ ਵਰਗੀਆਂ ਸ਼ਖਸੀਅਤਾਂ ਪ੍ਰਧਾਨ ਹੁੰਦੀਆਂ ਸੀ। ਉਦੋਂ ਦੌਰ ਹੋਰ ਸੀ ਤੇ ਅੱਜ ਦੌਰ ਹੋਰ ਆ। ਸ਼੍ਰੋਮਣੀ ਕਮੇਟੀ ਦਾ ਅਕਸ ਖਰਾਬ ਕਿਵੇਂ ਹੋਇਆ? ਕਦੇ ਘਿਓ ਦਾ ਘਪਲਾ, ਕਦੇ ਸਬਜ਼ੀਆਂ ਦਾ ਘਪਲਾ, ਕਦੇ ਕੋਈ ਦਾਲ ਆਟੇ ਦਾ ਘਪਲਾ, ਕਦੇ ਪ੍ਰਧਾਨ ਦੀ ਚੋਣ ਦੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਅੱਗੇ ਪਿੱਛੇ ਗੱਲ ਹੋ ਗਈ, ਕਦੇ ਬੇਅਦਬੀ ਦਾ ਮਾਮਲਾ, ਕਦੇ ਇੱਥੇ ਸਰੂਪ ਗਾਇਬ ਹੋ ਗਏ ਉਹਨਾਂ ਦਾ ਮਾਮਲਾ, ਕਦੇ ਕੋਈ ਆਪਸ ਦੇ ਵਿੱਚ ਗਰੁੱਪਬਾਜ਼ੀ ਦੀ ਗੱਲ ਚੱਲ ਪੈਂਦੀ ਆ। ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਸ਼੍ਰੋਮਣੀ ਕਮੇਟੀ ਇੱਕ ਬਹੁਤ ਵੱਡਾ ਤੇ ਇੱਕ ਬਹੁਤ ਵੱਡਾ ਪਵਿੱਤਰ ਅਦਾਰਾ ਰਿਹਾ, ਪਰ ਜਿਸ ਤਰੀਕੇ ਦੇ ਨਾਲ ਕੰਮਕਾਜ ਕੀਤੇ ਗਏ ਆ, ਆਪਣੀਆਂ ਕਾਰਕਰਦਗੀਆਂ ਦੇ ਕਰਕੇ ਹੀ ਅਕਸ ਖਰਾਬ ਕੀਤਾ ਗਿਆ। ਲੋੜ ਇਸ ਵਕਤ ਇਸ ਗੱਲ ਦੀ ਆ ਕਿ ਉਹਨਾਂ ਪੁਰਾਣੀਆਂ ਗੱਲਾਂ ਦੇ ਉੱਤੇ ਕਾਂਟਾ ਫੇਰ ਕੇ ਚੰਗੇ ਸਿਰੇ ਤੋਂ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ। ਅੱਜ ਹਾਲਾਤ ਇਹ ਬਣੇ ਹੋਏ ਆ ਵੀ ਜੇਕਰ ਕੋਈ ਮਾਤੜ ਬੰਦਾ ਜਾ ਕੇ SGPC ਦੇ ਦਫ਼ਤਰ ਦੇ ਵਿੱਚ ਕਹੇ ਜੀ ਕਿ ਮੈਂ ਸਰਾਂ ਦੇ ਵਿੱਚ ਕਮਰਾ ਲੈਣਾ, ਉਹਨੂੰ ਕਮਰਾ ਨਹੀਂ ਮਿਲਦਾ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਫੋਨ ਨਹੀਂ ਕਰਦਾ, ਜਿੰਨਾ ਚਿਰ ਤਾਰਾਂ ਨਹੀਂ ਖੜਕਦੀਆਂ। ਇਸ ਕਰਕੇ ਭਾਈ ਇੰਨੀ ਕੁ ਤਾਂ ਪਾਰਦਰਸ਼ਤਾ ਹੋਣੀ ਚਾਹੀਦੀ ਆ ਵੀ ਬੰਦਾ ਜਾਵੇ, ਉਹ ਕਹੇ ਮੈਂ ਗੁਰੂ ਦੇ ਦੁਆਰੇ ਚੱਲਿਆ ਤੇ ਉੱਥੇ ਮੈਨੂੰ ਸਭ ਕੁਝ ਮਿਲ ਜਾਣਾ, ਲੰਗਰ ਵੀ ਹੈਗਾ, ਉੱਥੇ ਨਤਮਸਤਕ ਵੀ ਹੋਣਾ, ਉੱਥੇ ਗੁਰਬਾਣੀ ਸਰਵਣ ਵੀ ਕਰਨੀ ਆ, ਉੱਥੇ ਰਹਿ ਵੀ ਲੈਣਾ, ਟੱਬਰ ਸਮੇਤ ਜਾਵਾਂ ਤੇ ਖੱਜਲ ਖੁਆਰੀ ਕੋਈ ਨਹੀਂ। ਇਸ ਕਰਕੇ ਆਪਣੇ ਪ੍ਰਬੰਧ ਸੁਧਾਰਨ ਦੀ ਜ਼ਰੂਰਤ ਹੈ। ਬਿਲਕੁਲ ਸਹੀ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ, ਮੈਨੂੰ ਲੱਗਦਾ ਬੀਬੀ ਜਗੀਰ ਕੌਰ ਹੋਰਾਂ ਦੀ ਜ਼ਿੰਮੇਵਾਰੀ ਤਾਂ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਇੱਕ ਬੀਬੀ ਜੀ ਨੇ, ਹਨਾ, ਇੱਕ ਔਰਤ ਹੈ। ਕਿਉਂਕਿ ਇਹ ਹੁੰਦਾ ਨਾ, ਟਾਣਾ ਸਾਹਿਬ ਵੀ ਕਹਿੰਦੇ ਘਰ ਦੇ ਵਿੱਚ ਜਦੋਂ ਵੀ ਕੁਝ ਵਿਗੜ ਜਾਵੇ ਤੇ ਫਿਰ ਇੱਕ ਬੀਬੀ ਦੇ ਹੱਥ ਜਦੋਂ ਕਮਾਨ ਆ ਜਾਂਦੀ ਹੈ ਤਾਂ ਉਹ ਸੁਧਾਰ ਲੈਂਦੀ ਹੈ, ਹਨਾ। ਤੇ ਹੁਣ ਉਹੀ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਇੱਥੇ ਵੀ ਲਾਗੂ ਹੁੰਦੀ ਹੈ ਵੀ ਉਹਨਾਂ ਨੂੰ ਚਾਹੀਦਾ ਹੈ ਕਿ ਹੁਣ ਜੇ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਤੇ ਇੱਕ ਮਿਸਾਲ ਜ਼ਰੂਰ ਪੈਦਾ ਹੋ ਜਾਵੇ ਕਿ ਜੋ ਕੰਮ ਪਹਿਲਾਂ ਨਹੀਂ ਹੋ ਸਕੇ ਉਹ ਸਾਰੇ ਉਹਨਾਂ ਨੇ ਕਰ ਦਿਖਾਏ ਨੇ, ਤੇ ਲੋਕਾਂ ਦੇ ਵਿੱਚ ਵਾਹ-ਵਾਹੀ ਖੱਟਣ ਦਾ ਇਹ ਵਧੀਆ ਮੌਕਾ ਹੈ। ਬਿਲਕੁਲ। ਟਾਣਾ ਸਾਹਿਬ ਹੁਣ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਮੈਂ ਚਾਹੁੰਦੀ ਹਾਂ ਵੀ ਕਿਸਾਨਾਂ ਬਾਬਤ ਜ਼ਰੂਰ ਆਪਾਂ ਗੱਲਬਾਤ ਕਰ ਲਈਏ। ਮੇਰਾ ਚਿੱਤ ਕਰਦਾ ਵੀ ਇਸ ਵਿਸ਼ੇ ਦੇ ਉੱਤੇ 2-3 ਘੰਟੇ ਗੱਲਾਂ ਕੀਤੀਆਂ ਜਾਣ, ਲਾਹਣਤਾਂ ਹੀ ਪਾਈਆਂ ਇੱਥੇ ਬੈਠ ਕੇ। ਹੋਰ ਨਹੀਂ ਤਾਂ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਨਾਲ ਛਿੱਥਾ ਕਰੀਏ, ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੂੰ ਕਹੀਆਂ ਜਾਣ ਵੀ ਸ਼ਾਇਦ ਉਹਨਾਂ ਅੰਦਰਲੀ ਗੈਰਤ ਜਾਗ ਪਏ। ਨਹੀਂ ਜਾਗਣੀ। ਸ਼ਾਇਦ ਜਿਹੜੇ ਉਹ ਬਣੇ ਬੈਠੇ ਡੁੰਨ ਵੱਟੇ ਜੇ ਉਹ ਸੋਚਣ ਵੀ ਕਿਸਾਨ ਸਹੀ ਵੀ ਆ। ਮੈਂ ਤਾਂ ਇਹ ਬੇਨਤੀ ਕਰਦਾ ਵੀ ਜਿਹੜੇ ਪੰਜਾਬ ਦੇ ਕਿਸਾਨ ਆ ਨਾ, ਪੰਜਾਬ ਦੇ ਲੋਕ ਆ, ਜਿਨ੍ਹਾਂ ਨੂੰ ਕਹਿੰਦੇ ਵੀ ਇਹਨਾਂ ਦਾ ਕੀ ਆ, ਇਹ ਤਾਂ ਜੀ ਗਲਤ ਹੋ ਗਏ, ਤਾਂ ਗੁੰਮਰਾਹ ਹੋ ਗਏ ਆ, ਉਹ ਆਉਂਦੇ ਸਮੇਂ ਨੂੰ ਨਾ ਚੇਤੇ ਰੱਖਣ। ਆਉਂਦੇ ਸਮੇਂ ਦੇ ਵਿੱਚ ਕਰਨਾ ਕੀ ਹੈ ਇਹ ਵੀ ਚੇਤੇ ਰੱਖਣ। ਕਿਉਂਕਿ ਜਦੋਂ ਦਿੱਲੀ ਦੇ ਵਿੱਚੋਂ ਕੋਈ ਨੇਤਾ ਆਉਂਦਾ ਨਾ, ਸਾਡੇ ਪੰਜਾਬ ਦੇ ਕਈ ਨੇਤਾਵਾਂ ਦੀ ਇੱਕ ਆਦਤ ਆ, ਉਹ ਚੱਕ ਕੇ ਨਾ ਬੰਨੀ ਬਣਾਈ ਪੱਗ ਉਹਦੇ ਸਿਰ ਦੇ ਉੱਤੇ ਰੱਖ ਦਿੰਦੇ ਆ, ਹੱਥ ਦੇ ਵਿੱਚ ਤਲਵਾਰ ਫੜਾ ਦਿੰਦੇ ਆ ਵੀ ਦੇਖੋ ਜੀ ਇਹ ਪੰਜਾਬ ਤੇ ਪੰਜਾਬੀਅਤ ਦੀ ਹੁਣ ਰਾਖੀ ਕਰੂਗਾ। ਪਰ ਜਦੋਂ ਅਸੀਂ ਦਿੱਲੀ ਦੇ ਵਿੱਚ ਜਾਂਦੇ ਆ ਤੇ ਉਹੀ ਲੋਕ ਸਾਡੀਆਂ ਪੱਗਾਂ ਨੂੰ ਪੈਰਾਂ ਦੇ ਵਿੱਚ ਸਿੱਟ ਲੈਂਦੇ ਆ, ਸਾਡੀਆਂ ਪੱਗਾਂ ਨੂੰ ਹੱਥ ਪਾਉਂਦੇ ਆ। ਇਸ ਕਰਕੇ ਜਿਹੜੇ ਧੂਤੂ ਬਣ ਕੇ ਇੱਥੇ ਪੰਜਾਬ ਦੇ ਵਿੱਚ ਨੇਤਾ ਵਿਚਰਦੇ ਆ ਨਾ, ਜਿਨ੍ਹਾਂ ਨੂੰ ਫੰਡਾ ਦੀ ਆਸ ਹੁੰਦੀ ਆ, ਜਿਹੜੇ 125 ਦਾ ਲੈ ਕੇ ਗੁਲਦਸਤਾ ਜਾਂ ਕਹਿ ਦਿੰਦੇ ਆ ਲਓ ਜੀ ਇੱਕ ਵਾਰੀ ਫੇਰ ਕੁਛ ਨਾ ਕੁਛ ਤਾਂ ਦੇ ਦਿਓ, ਫੰਡ ਹੀ ਦੇ ਦਿਓ, ਉਹਨਾਂ ਨੂੰ ਸੋਚਣਾ ਚਾਹੀਦਾ। ਬਿਲਕੁਲ ਸੋਚਣਾ ਚਾਹੀਦਾ ਹੈ। ਤੇ ਪੰਜਾਬੀਆਂ ਨੂੰ ਇੱਕ ਚੀਜ਼ ਜਿਹੜੀ ਉਹ ਵੀ ਮਨ ਦੇ ਵਿੱਚ ਜ਼ਰੂਰ ਬਿਠਾ ਲੈਣੀ ਚਾਹੀਦੀ ਹੈ ਵੀ ਪੰਜਾਬ ਦੀ ਰਾਖੀ, ਪੰਜਾਬੀਅਤ ਦੀ ਰਾਖੀ ਸਿਰਫ ਪੰਜਾਬੀ ਹੀ ਕਰ ਸਕਦੇ ਨੇ। ਅਸੀਂ ਇਹਨਾਂ ਤੋਂ ਕੋਈ ਆਸ ਨਾ ਰੱਖਿਆ ਕਰੀਏ। ਸਾਡੀ ਪੱਗ ਦੀ ਮਾਣ ਬਹੁਤ ਉੱਚਾ ਹੈ, ਸਾਡੀ ਪੱਗ ਦੀ ਬਹੁਤ ਉੱਚੀ ਥਾਂ ਹੈ, ਤੇ ਐਵੇਂ ਨਾ ਕਿਸੇ ਦੇ ਸਿਰ ਦੇ ਉੱਤੇ ਰੱਖ ਦਿਆ ਕਰੀਏ। ਅਸੀਂ ਦੇਖਿਆ ਕਰੀਏ ਜੇ ਬੰਦਾ ਕਾਬਲ ਹੋਏ ਤਾਂ ਹੀ ਪੱਗ ਬੰਨੀਏ, ਨਹੀਂ ਤਾਂ ਨਾ ਬੰਨੀਏ। ਵਧੀਆ ਪੱਗ ਬੰਨ ਕੇ ਤੇ ਆਉਂਦਾ ਉਧਰੋਂ ਕੋਈ ਇਹੋ ਜਿਹਾ, ਮੈਂ ਉਹਦੇ ਬਾਰੇ ਕੀ ਕਵਾਂ, ਇੱਥੇ ਇੰਦਰਜੀਤ ਨਿੱਕੂ ਬਣਾਇਆ ਹੁੰਦਾ ਸਟੇਜ ਦੇ ਉੱਤੇ, ਉਹ ਲਾ ਕੇ ਇੱਕੋ ਦਮ ਪਰੇ ਕਰ ਦਿੰਦੇ ਆ, ਫਿਰ ਉਹੀ ਨਫ਼ਰਤ ਦੀਆਂ ਗੱਲਾਂ। ਆਪਾਂ ਥੋੜਾ ਜਿਹਾ ਬਚ ਗਏ ਇਹਨਾਂ ਗੱਲਾਂ ਤੋਂ, ਤੇ ਆਪਾਂ ਹੁਣ ਡਟ ਕੇ ਅੱਗੇ ਵਧੀਏ। ਅਸੀਂ ਸਾਰੇ ਤੁਹਾਡੇ ਨਾਲ ਆ। ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਤੇ ਜਿਸ ਹਿਸਾਬ ਦੇ ਨਾਲ ਇਸ ਵੇਲੇ ਕਿਸਾਨ ਅੱਗੇ ਵਧ ਰਹੇ ਨੇ, ਮਨ ਭਾਵੁਕ ਵੀ ਹੈ, ਮਨ ਚਿੰਤਾ ਦੇ ਵਿੱਚ ਵੀ ਹੈ, ਦਿਮਾਗ ਦੇ ਉੱਪਰ ਇੱਕ ਅਲੱਗ ਜਿਹੇ ਤਰ੍ਹਾਂ ਦਾ ਤਣਾਅ ਵੀ ਹੈ, ਪਰ ਅਸੀਂ ਜ਼ਰੂਰ ਜਿੱਤਾਂਗੇ। ਇਸ ਜੰਗ ਨੂੰ ਜਾਰੀ ਰੱਖਿਓ, ਇਹ ਜ਼ਰੂਰ ਅਸੀਂ ਕਹਿੰਦੇ ਆ। ਬਿਲਕੁਲ ਜੀ। ਤੇ ਦੇਸ਼ ਦੁਨੀਆ ਦੇ ਵਿੱਚ ਜਿਹੜੇ ਵੀ ਭੈਣਾਂ ਵੀਰ ਬੈਠੇ ਇਸ ਵਕਤ ਦਾ ਫਿਕਰ ਕਰ ਰਹੇ ਆ, ਸਾਨੂੰ ਵੀ ਟੈਲੀਫੋਨ ਕਰਦੇ ਆ,
ਸੁਨੇਹੇ ਭੇਜ ਰਹੇ ਆ, ਜਿਹੜੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਪੰਜਾਬ ਦਾ ਹਾਲ ਜਾਣ ਰਹੇ ਆ, ਦਿੱਲੀ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਮੁਤਲਕ ਜਾਣਕਾਰੀ ਹਾਸਲ ਕਰ ਰਹੇ ਆ। ਤੁਹਾਡੇ ਫਿਕਰ ਦੀ ਅਸੀਂ ਕਦਰ ਕਰਦੇ ਹਾਂ। ਤੁਹਾਡੇ ਇੱਕ-ਇੱਕ ਮਿੰਟ ਤੇ ਇੱਕ-ਇੱਕ ਸਕਿੰਟ ਤੇ ਤੁਹਾਡੇ ਕੱਲੇ-ਕੱਲੇ ਜਜ਼ਬਾਤ ਨੂੰ ਅਸੀਂ ਆਪਣਾ ਜਜ਼ਬਾਤ ਮੰਨਦੇ ਹਾਂ। ਤੁਸੀਂ ਬਹੁਤ ਸੁਲੱਖਣੀ ਸੋਚ ਵਾਲੇ ਹੋ, ਇਸ ਕਰਕੇ ਫਿਕਰ ਕਰਦੇ ਹੋ। ਤੁਹਾਨੂੰ ਆਪਣੇ ਪਿੱਛੇ ਦਾ ਫਿਕਰ ਆ, ਇਸ ਕਰਕੇ ਫਿਕਰ ਕਰਦੇ ਹੋ। ਸੋ ਸਾਰਾ ਕੁਝ ਠੀਕ ਹੋ ਜਾਊਗਾ, ਫਿਕਰ ਨਾ ਕਰਿਓ ਤੇ ਵਕਤ ਸਾਡੇ ਹੱਥ ਦੇ ਵਿੱਚ ਹੋਊਗਾ। ਬਿਲਕੁਲ ਸਹੀ ਹੋਊਗਾ ਤੇ ਇਸੇ ਗੱਲ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਅਸੀਂ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ, ਫਿਰ ਤੁਹਾਡੇ ਨਾਲ ਜ਼ਰੂਰ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।